ਬੱਚੀ ਨੂੰ ਮਿਲਣ ਦੇ ਲਈ ਕੋਸ਼ਿਸ਼ ਕਰ ਰਹੇ ਨੇ। ਪੁਲਿਸ ਮੁਲਾਜ਼ਮ ਵੀ ਆਏ ਹੋਏ ਆ। मैडम बताओ तो सही ना, आप अगर बताओ। वो बच्ची ले गई हमारी, मेरी बच्ची गई। बच्ची उनकी है, बच्ची उनकी है। बाह आ गई बच्ची। 6 साल की बच्ची को अंदर रखा है, अपनी मां ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਮੁਲਾਜ਼ਮ ਨੇ ਹਾਜ਼ਰੀ ਦੇ ਜੀ ਅਸੀਂ ਕਹਿੰਦੇ ਬੱਚਾ ਪ੍ਰੋਪਰਟੀ ਇੱਕ ਚੀਜ਼ ਨਹੀਂ ਹੈਗੀ। ਬੱਚਾ ਬੱਚੇ ਨੂੰ ਉਹਦੀ ਮਾਂ ਨੂੰ ਦੇ ਦੋ। ਪ੍ਰੋਪਰਟੀ ਕਿਤੇ ਭੇਜਦੀ ਨਹੀਂ ਹੈ। ਪ੍ਰੋਪਰਟੀ ਦਾ ਜੋ ਲੀਗਲ ਹਾਇਰ ਹੋਏਗਾ ਉਹਦੇ ਥਰੂ ਜੋ ਵੀ ਸੈਟਲਮੈਂਟ ਹੋਏਗੀ ਆਪਾਂ ਕਰਾਂਗੇ। ਇਹਨਾਂ ਦੇ ਹਸਬੰਡ ਦਾ ਘਰ ਜੀ, ਇਹ ਵਾਈਫ ਹੈ, ਬਿਲਕੁਲ ਹਸਬੰਡ ਦੀ ਮਦਰ ਅੰਦਰ ਨਹੀਂ ਹੈ ਜੀ। ਸਿਰਫ ਇਹਨਾਂ ਦੀ ਇੱਕ ਜਠਾਣੀ ਤੇ ਇੱਕ ਨਨਾਣ ਅੰਦਰ ਹੈ, ਜਿਹੜੀਆਂ ਯਮਨਾ ਨਗਰ ਰਹਿੰਦੀਆਂ। ਉਹਨਾਂ ਦਾ ਘਰ ਦੇ ਅੰਦਰ ਲੋਕ ਮਾਰ ਕੇ ਰਹਿਣ ਦਾ ਮਤਲਬ ਉਹ ਵੀ ਇਹਨਾਂ ਦੀ ਬੱਚੀ ਨੂੰ ਨਾਲ ਰੱਖ ਕੇ ਇੱਕ ਤਰ੍ਹਾਂ ਦੀ ਕਿਡਨੈਪਿੰਗ ਹੈ। ਬਿਲकुल जी। हल ਹਲ ਮੈਂ ਦਰਵਾਜ਼ਾ ਤੋੜ ਕੇ ਬਿਠਾ ਦਿੰਦਾ। ਇਨਸਾਨੀਅਤ ਦੇ ਤੌਰ ਤੇ इंसानियत तौर ਜਿਹੜਾ ਪਰਚਾ ਹੋਣਾ ਮੇਰੇ ਤੇ ਕਰ ਅਸੀਂ ਭੱਲੇ ਵਾਲੇ ਨਾਲ ਸਾਰੇ ਨਾਲ ਸਾਰੇ मॉडलिंग करती है, ये कैसे बच्चा पालेगी? एक लड़के के साथ अफेयर नहीं है, कईयों के साथ है। हमें सर, हम इज्जत वाले लोग हैं, हमें अपने घर की बेटी की इज्जत प्यारी। मैम अजिही की गल हैगी आ, बच्चे तुसीं कहंदे हो बच्ची अंदर आ, तुहाडी ननाण ते तुहाडी जठानी अंदर आ, पुलिस कस्टडी विच नहीं लै रही उन्होंने, जद तक बच्ची नूं कस्टडी तुहाडी नहीं दे रहे। ਉਹ ਜਾਣਨ ਦੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਉਹ ਕਹਿੰਦੇ ਅਸੀਂ ਦਰਵਾਜ਼ਾ ਤੋੜ ਨਹੀਂ ਸਕਦੇ, ਤੁਹਾਡਾ ਘਰ ਹੈ, ਤੁਸੀਂ ਇੱਥੇ ਬਾਹਰ ਬੈਠ ਜਾਓ, ਜਦੋਂ ਦਰਵਾਜ਼ਾ ਖੋਲੋਗੇ ਤੁਸੀਂ ਆਪਣੇ ਅੰਦਰ ਚਲੇ ਜਾਓ। मैडम बच्ची ਦੇ ਨਾਮ ਦੇ ਉੱਤੇ ਕੋਈ ਪ੍ਰਾਪਰਟੀ ਹੈ ਜਿਹਦੇ ਕਾਰਨ ਤੁਹਾਨੂੰ ਲੱਗਦਾ ਕਿ ਉਹ ਦੇ ਨਹੀਂ ਰਹੇ ਤੁਹਾਨੂੰ? अच्छा ਸਾਹਿਬ ਦੇ ਨਾਂ ਹੀ ਹੈ ਪ੍ਰੋਪਰਟੀ। अच्छा थोड़े हस्बैंड के नाम से सीगी सर? ਜਾਂ ਇਹਨਾਂ ਦੇ ਨਾਂ ਹੀ ਹੈ। ਮੇਰੇ ਨਾਲ ਹੋਗੀ, ਮਦਰ ਇਨ ਲਾ ਦੇ ਨਾਲ ਹੋਗੀ, ਡਾਟਰ ਦੇ ਨਾਲ ਹੋਗੀ। नहीं तुम श्योर है भी? ਮੈਂ ਤਾਂ ਇਹ ਤਾਂ ਕਹਿੰਦਾ ਕਿ ਮੇਰਾ ਹਿੱਸਾ ਇਹਦੇ ਤੇ ਡਾਕਟਰ ਸਾਹਿਬ ਦਾ ਤਾਂ ਪੱਕਾ ਮੇਰੀ ਸੀ। ਡਾਟਰ ਦਾ ਹੀ ਹੈ, ਮੈਂ ਕਿਹੜਾ ਕਿਸੇ ਨੂੰ ਬੋਲੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ। ਮੈਂ ਤਰਲੋਚਨ ਸਿੰਘ ਗਿੱਲ ਇਸ ਸਮੇਂ ਲੁਧਿਆਣਾ ਦੇ ਮਾਡਲ ਟਾਊਨ ਹਲਕੇ ਦੇ ਏਰੀਆ ਦੇ ਵਿੱਚ ਖੜਾ ਵਾਂ। ਇਨਸਾਨੀਅਤ ਨੂੰ ਸ਼ਰਮਸਾਰ ਹੁੰਦੇ ਦੇਖ ਰਹੇ ਹਾਂ, ਸ਼ਰੇਆਮ ਦੇਖ ਰਹੇ ਹਾਂ। ਇਨਸਾਨੀਅਤ ਅੱਜ ਸ਼ਰਮਸਾਰ ਹੋ ਰਹੀ ਆ। ਲੁਧਿਆਣਾ ਦੇ ਮਸ਼ਹੂਰ ਡਾਕਟਰ ਪੰਕਜ ਵਰਮਾ ਜਿਹੜੇ ਕਿ ਡੀ ਐਡਿਕਸ਼ਨ ਦਾ ਕੰਮ ਕਰਦੇ ਸੀ, ਜਿਨ੍ਹਾਂ ਦੇ ਬੱਚੇ ਲੋਕਾਂ ਦੇ ਬੱਚਿਆਂ ਨੂੰ ਉਹ ਨਸ਼ਿਆਂ ਤੋਂ ਬਚਾਉਂਦੇ ਸੀਗੇ, ਜਿਨ੍ਹਾਂ ਦੀ ਜ਼ਿੰਦਗੀ ਉਹ ਬਣਾਉਂਦੇ ਸੀਗੇ ਕਿ ਨਸ਼ਿਆਂ ਤੋਂ ਦੂਰ ਕਰਕੇ। ਪਰ ਅੱਜ ਉਹਨਾਂ ਦੀ ਬੱਚੀ ਅੰਦਰ ਹੈ ਇਸ ਕੋਠੀ ਦੇ, ਤੇ ਉਹਨਾਂ ਦੀ ਧਰਮ ਪਤਨੀ ਆ ਉਹ ਬਾਹਰ ਇੰਨੀ ਠੰਡ ਦੇ ਵਿੱਚ ਕੰਬਲ ਥੱਲੇ ਜ਼ਮੀਨ ਦੇ ਉੱਤੇ ਫਰਸ਼ ਦੇ ਉੱਤੇ ਕੱਪੜਾ ਵਿਛਾ ਕੇ ਪਏ ਨੇ 3 ਦਿਨਾਂ ਤੋਂ। ਕੀ ਕਹਿਣਾ ਉਹਨਾਂ ਦਾ, ਕੀ ਦੋਸ਼ ਆ? ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਮਸਲਾ ਕੀ ਹੋਇਆ ਮੈਡਮ? की मसला जी? ਮੇਰੇ ਇਨ-ਲॉज ਮੈਨੂੰ ਘਰੇ ਘੁਸਣੇ ਨਹੀਂ ਦੇ ਰਹੇ ਔਰ ਮੇਰੀ ਡਾਟਰ ਨੂੰ ਰੱਖਿਆ ਹੋਇਆ ਅੰਦਰ ਤੇ ਉਹਨੂੰ ਵੀ ਨਹੀਂ ਛੱਡ ਰਹੇ ਤੇ ਅੰਦਰ ਨਨਾਣ ਤੇ ਜਠਾਣੀ ਨੇ ਅੰਦਰ ਲੌਕ ਕੀਤਾ ਹੋਇਆ ਮੇਰੀ ਡਾਟਰ ਨੂੰ। ਮੈਡਮ ਜਿਹੜੀ ਤੁਹਾਡੇ ਬੱਚੀ ਆ ਕਿੰਨੇ ਸਾਲ ਦੀ ਆ ਜੀ? ਉਹ 7.5 ਸਾਲ ਦੀ ਹੈ। ਤੇ ਤੁਹਾਡੇ ਹਸਬੰਡ ਦੀ ਡੈਥ ਕਦੋਂ ਹੋਈ? ਮੇਰੇ ਹਸਬੰਡ ਦੀ ਡੈਥ 20 ਨੂੰ ਹੋਈ ਹੈ। 20 ਤੋਂ ਬਾਅਦ ਮੈਨੂੰ 20 ਨਵੰਬਰ ਨੂੰ ਹੋਈ ਹੈ ਤੇ ਮੇਰੇ ਤੰਗੀ ਕਰੀ ਜਾਂਦੇ ਹੋ ਮੈਨੂੰ। मैम डेथ किद्दां हुई ਤੁਹਾਡੇ ਹਸਬੰਡ? ਉਹਨਾਂ ਦਾ ਇਨਫੈਕਸ਼ਨ ਹੋ ਗਿਆ ਸੀਗਾ ਤੇ ਲਿਵਰ ਤੇ। ਇੱਕ ਤੁਹਾਨੂੰ ਪਤਾ ਸੀ ਉਹਨਾਂ ਦੀ ਬਿਮਾਰੀ ਬਾਰੇ ਜਾਂ ਡੈਥ ਬਾਰੇ? ਜਦੋਂ ਡੈਥ ਹੋਈ ਹੈ ਉਦੋਂ ਮੈਨੂੰ ਇੰਟੀਮੇਟ ਨਹੀਂ ਕੀਤਾ ਗਿਆ। ਮੈਨੂੰ ਅਗਲੇ ਦਿਨ ਕਿਸੇ ਹੋਰ ਤੋਂ ਪਤਾ ਲੱਗਿਆ ਕਿ ਮੇਰੇ ਹਸਬੰਡ ਦੀ ਡੈਥ ਹੋ ਗਈ। ਤੁਸੀਂ ਉਸ ਟਾਈਮ ਕਿੱਥੇ ਸੀਗੇ ਜਦੋਂ ਤੁਹਾਡੇ ਹਸਬੰਡ? ਚੰਡੀਗੜ੍ਹ ਤੋਂ ਅਸੀਂ ਗਏ ਹਾਂ ਯਮੁਨਾ ਨਗਰ ਤੇ ਅਸੀਂ ਸਾਹਾ ਤੋਂ ਅਸੀਂ ਦਿਨ ਕੀਤਾ ਸੀ ਅੱਧਾ ਘੰਟਾ ਸਾਨੂੰ ਪਹੁੰਚਣ ਵਾਲੇ ਆ। ਤੁਸੀਂ ਡਿਊਟੀ ਕਰਦੇ ਹੋ ਜੀ ਚੰਡੀਗੜ੍ਹ? ਹਾਂਜੀ ਜੀ। ਤੇ ਇਹਨਾਂ ਨੇ ਕ੍ਰਿਮੀਨੇਸ਼ਨ ਕਰਤੀ ਉਹ ਤੋਂ ਪਹਿਲਾਂ ਤੇ ਜਦੋਂ ਮੈਂ ਉੱਥੇ ਪਹੁੰਚੀ ਆ ਉਦੋਂ ਮੇਰੇ ਨਾਲ ਇੰਨਾ ਬੁਰਾ ਵਿਵਹਾਰ ਕੀਤਾ। ਸਾਰੇ ਲੋਕਾਂ ਨੇ ਦੇਖਿਆ ਮੇਰੇ ਹਸਬੰਡ ਇੰਨੇ ਰਿਨਾਊਂਡ ਸੀਗੇ, ਇੰਨੇ ਨੋਨ ਸੀ। ਉਹਨਾਂ ਦੀ ਡੈਥ ਤੇ ਕੋਈ ਨਹੀਂ ਆਇਆ ਹੋਇਆ ਸੀ ਉੱਥੇ ਕ੍ਰਿਮੀਨੇਸ਼ਨ ਤੇ। ਇੰਨੇ ਘੱਟ ਲੋਕ ਸੀਗੇ ਉੱਥੇ 20-25 ਲੋਕ ਬਸ। ਜੀ ਜੀ। ਤੁਹਾਨੂੰ ਕੀ ਕੋਈ ਇਸ ਤਰ੍ਹਾਂ ਕੇ ਸ਼ੱਕ ਆ ਵੀ ਕਿ ਤੁਹਾਡੇ ਹਸਬੰਡ ਦੇ ਨਾਲ ਵੀ ਕੋਈ ਮਿਸਹੈਪਿੰਗ ਹੋਈ ਹੈ? ਹੋ ਸਕਦਾ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੀ, ਬਟ
ਇੰਨੇ ਘੱਟ ਲੋਕਾਂ ਨੂੰ ਦੱਸਿਆ ਵੀ ਨਹੀਂ ਗਿਆ ਉਹਨਾਂ ਦੀ ਡੈਥ ਬਾਰੇ। ਆਈ ਡੋਨਟ ਨੋ ਕਿਉਂ ਛੁਪਾਇਆ ਗਿਆ ਇਸ ਚੀਜ਼ ਬਾਰੇ। ਤੇ ਤੁਸੀਂ ਇਸ ਬਾਰੇ ਕੰਪਲੇਂਟ ਕੀਤੀ ਪੁਲਿਸ 'ਚ ਵੀ ਤੁਹਾਨੂੰ ਦੱਸਿਆ ਨਹੀਂ ਗਿਆ ਹੈਗਾ? ਮੈਂ ਕਮਿਸ਼ਨਰ ਆਫ ਪੁਲਿਸ ਨੂੰ ਕੰਪਲੇਂਟ ਕੀਤੀ ਹੈ, ਉਹਨਾਂ ਨੂੰ ਥਰੂ ਏਸੀਪੀ ਕੋਲ ਆਈ ਸੀ। ਏਸੀਪੀ ਜੀ ਕਦੇ ਵੈਡਨਸਡੇ ਆ ਜਾਓ, ਕਦੇ ਫਰਾਈਡੇ ਆ ਜਾਓ, ਇਹੀ ਕਰਦੇ ਆ ਰਹੇ ਆ। ਉਹਨੇ ਦੇਰ ਚ ਟਾਈਮ ਪੈ ਰਿਹਾ ਤੇ ਮੇਰੀ ਡਾਟਰ ਅੰਦਰ ਉਹਨਾਂ ਕੋਲ ਹੁਣ 3 ਦਿਨਾਂ ਦੇ ਤਾਂ ਅਸੀਂ ਇੱਥੇ ਬੈਠੇ ਹੋਏ ਆ। 3 ਦਿਨਾਂ ਬਾਹਰ ਬੈਠਣ ਦਾ, ਇੱਥੇ ਬਰਾਂਡੇ 'ਚ ਬੈਠਣ ਦਾ ਕਾਰਨ ਕੀ ਹੈਗਾ ਵਾ? ਪੁਲਿਸ ਵਾਲੇ ਅੰਦਰ ਖੜਕਾ ਕੇ ਥੱਕ ਗਏ, ਇਹ ਖੋਲ ਨਹੀਂ ਰਹੀਆਂ, ਕਹਿ ਰਹੀਆਂ ਅਸੀਂ ਫੀਮੇਲਸ ਆ, ਅਸੀਂ ਨਹੀਂ ਖੋਲਦੇ ਹਾਂ ਜਦੋਂ ਤੱਕ ਸਾਡੀ ਤੁਹਾਨੂੰ ਸ਼ੋਰ ਹੈ ਵੀ ਬੇਟੀ ਤੁਹਾਡੀ ਅੰਦਰ ਹੀ ਹੈ? ਅੰਦਰ ਹੈ ਕੌਣ ਕੌਣ ਹੈ ਬੇਟੀ ਅੰਦਰ? ਅੰਦਰ ਹੈ ਕੌਣ ਕੌਣ ਅੰਦਰ ਹੁਣ? ਅੰਦਰ ਜਠਾਣੀ ਹੈ, ਨਨਾਣ ਹੈ, ਜਿਹੜੇ ਇੱਥੇ ਨਹੀਂ ਰਹਿੰਦੇ ਸੀ ਪਹਿਲਾਂ। ਓਕੇ। ਮੇਰੀ ਬੇਟੀ ਦੀ ਪਹਿਲਾਂ ਮਦਰ-ਇਨ-ਲਾ ਕੋਲ ਰਹਿੰਦੀ ਸੀ। ਜਦੋਂ ਮੇਰੇ ਹਸਬੈਂਡ ਜਿੰਦਾ ਸੀ, ਮੇਰੇ ਹਸਬੈਂਡ ਦੀ ਮਦਰ-ਇਨ-ਲਾ ਕੋਲ ਰਹਿੰਦੀ ਸੀ ਤੇ ਮੈਂ ਆਂਦੀ ਸੀ ਸੈਟਰਡੇ ਸੰਡੇ ਕੋਵਿਡ ਇਸੇ ਘਰ ਦੇ ਵਿੱਚ ਜੀ? ਹਾਂ, ਕੋਵਿਡ ਤੋਂ ਬਾਅਦ ਦੀ ਗੱਲ ਹੈ। ਤੇ ਉਦੋਂ ਵੀ ਮੈਂ ਇਦਾਂ ਆ ਰਹੀ ਸੀ ਤੇ ਇਹ ਤਾਂ ਇੱਥੇ ਰਹਿੰਦੀ ਨਹੀਂ ਸੀ ਤੇ ਇਹਨਾਂ ਨੇ ਤਾਂ ਬੰਦੀ ਬਣਾਈ ਹੋਈ ਇੱਕ ਤਰੀਕੇ ਦੀ ਮੇਰੀ ਡਾਟਰ ਨੂੰ ਅੰਦਰ ਤੇ ਛੱਡ ਹੀ ਨਹੀਂ ਰਹੇ। ਮੈਂ ਪੁਲਿਸ ਨੂੰ ਕਰਤਾ, ਪੁਲਿਸ ਵਾਲੇ ਖੜਕਾ ਕੇ ਥੱਕ ਗਏ, ਬਟ ਇੱਕ ਸਬ ਇੰਸਪੈਕਟਰ ਲੇਡੀ ਉਹ ਵੀ ਕਹਿ ਕੇ ਗਈ ਵੀ ਯਾਰ। ਕਿੰਨੇ ਸਾਲ ਹੋ ਗਏ ਮੈਡਮ ਤੁਹਾਡੀ ਮੈਰਿਜ ਨੂੰ? 2011 ਚ ਹੋਈ। ਮੈਮ ਕੀ ਕਾਰਨ ਹੈਗਾ? ਕੋਈ ਪਹਿਲਾਂ ਵੀ ਡਿਸਪਿਊਟ ਸੀਗਾ ਤੁਹਾਡਾ ਫੈਮਿਲੀ ਨਾਲ ਜੀ? ਨਹੀਂ ਜੀ, ਫੈਮਿਲੀ ਨੂੰ ਮੈਂ ਅੱਜ ਤੱਕ ਇੱਕ ਸ਼ਬਦ ਵੀ ਉੱਚੀ ਆਵਾਜ਼ 'ਚ ਨਹੀਂ ਬੋਲਿਆ। ਸਾਰੇ ਗਵਾਹ ਨੇ, ਜਿਹੜੇ ਲੋਕ ਵੀ ਸਾਨੂੰ ਜਾਣਦੇ ਨੇ, ਸਾਰਿਆਂ ਨੂੰ ਪਤਾ ਮੈਂ ਕਦੇ ਪੈਸੇ ਦਾ ਕੋਈ ਇੱਕ ਵੀ ਪੈਸੇ ਦਾ ਕਦੇ ਇਹ ਨਹੀਂ ਪੁੱਛਿਆ ਕਿ ਕਿੱਥੇ ਦੇਣਾ ਕਿੱਥੇ ਨਹੀਂ ਦੇਣਾ। ਇੱਕ ਇਹ ਨਹੀਂ ਪੁੱਛੀ ਮੇਰੇ ਨਾਲ ਕਿਹੜੀ ਜ਼ਮੀਨ ਹੈ, ਮੇਰੇ ਨਾਲ ਕਿਹੜੀ ਨਹੀਂ ਹੈਗੀ। ਮੈਂ ਕਦੇ ਕਿਸੇ ਚੀਜ਼ 'ਚ ਪਾਰਟਿਸਿਪੇਟ ਨਹੀਂ ਕੀਤਾ ਕਿ ਵੀ ਮੈਨੂੰ ਕਿਸੇ ਦਾ ਲਾਲਚ ਹੋਵੇ। ਇਹ ਰੱਬ ਵੀ ਗਵਾਹ ਹੈ ਤੇ ਸਾਰੇ ਜਿਹੜੇ ਮੈਨੂੰ ਜਾਣਦੇ ਨੇ ਲੋਕ। ਮੈਡਮ ਬੱਚੀ ਦੇ ਨਾਮ ਦੇ ਉੱਤੇ ਕੋਈ ਪ੍ਰਾਪਰਟੀ ਹੈ ਜਿਹਦੇ ਕਾਰਨ ਤੁਹਾਨੂੰ ਲੱਗਦਾ ਕਿ ਉਹ ਦੇ ਨਹੀਂ ਰਹੇ ਤੁਹਾਨੂੰ? ਸਾਰੀ ਪ੍ਰਾਪਰਟੀ ਜਿਹੜੀ ਹੈਗੀ ਹੈ ਉਹ ਬੱਚੇ ਨੂੰ ਅਲਟੀਮੇਟਲੀ ਜਾਣੀ ਹੈ, ਮਤਲਬ ਡਾਕਟਰ ਸਾਹਿਬ ਦੇ ਨਾਂ ਹੀ ਹੈ ਪ੍ਰਾਪਰਟੀ। ਅੱਛਾ, ਤੁਹਾਡੇ ਹਸਬੰਡ ਦੇ ਨਾਮ ਤੇ ਸੀਗੀ ਸਰ? ਜਾਂ ਮੇਰੇ ਨਾਂ ਤੇ ਜਾਂ ਇਹਨਾਂ ਦੇ ਨਾਂ ਹੈ? ਮੇਰੇ ਨਾਂ ਹੋਗੀ, ਮਦਰ-ਇਨ-ਲਾ ਦੇ ਨਾਂ ਹੋਗੀ, ਡਾਟਰ ਦੇ ਨਾਂ ਹੋਗੀ। ਨਹੀਂ ਤੁਹਾਨੂੰ ਸ਼ੋਰ ਹੈ ਵੀ? ਮੈਂ ਤਾਂ ਇਹ ਤਾਂ ਕਹਿਤਾ ਕਿ ਮੇਰਾ ਹਿੱਸਾ ਇਹਦੇ ਤੇ ਡਾਕਟਰ ਸਾਹਿਬ ਦਾ ਤਾਂ ਪੱਕਾ ਮੇਰੀ ਸੀ। ਡਾਟਰ ਦਾ ਹੀ ਹੈ, ਮੈਂ ਕਿਹੜਾ ਕਿਸੇ ਹੋਰ ਨੂੰ ਦੇਣਾ। ਤਾਂ ਇਸ ਬਾਰੇ ਜਿਹੜੀ ਤੁਸੀਂ ਪ੍ਰਾਪਰਟੀ ਦੀ ਗੱਲ ਕਰਦੇ ਹੋ, ਬੱਚੀ ਦੀ ਗੱਲ ਕਰਦੇ ਹੋ, ਇਸ ਬਾਰੇ ਤੁਸੀਂ ਪੁਲਿਸ ਨਾਲ ਗੱਲ ਕੀਤੀ ਹੈ? ਪੁਲਿਸ ਨਾਲ ਗੱਲ ਸਾਰੀ ਮਤਲਬ ਡਿਟੇਲ ਹੈ। ਐਸਐਚਓ ਸਾਹਿਬ ਨੇ ਸਾਡੀ ਹੈਲਪ ਕੀਤੀ, ਉਹਨਾਂ ਨੇ ਆਏ ਵੀ, ਉਹਨਾਂ ਨੇ ਖਿਚਾਇਆ ਵੀ, ਬਟ ਉਹ ਦਰਵਾਜ਼ਾ ਥੋੜੀ ਤੋੜ ਸਕਦੇ ਆ ਉਹ। ਮੈਮ 3 ਦਿਨ ਹੋ ਗਏ ਤੁਸੀਂ ਕਹਿੰਦੇ ਹੋ ਸਾਨੂੰ ਇੱਥੇ ਬੈਠਿਆਂ ਨੂੰ। ਜਦੋਂ ਆਉਣਗੇ ਹੁਣ ਮੇਰੀ ਡਾਟਰ ਨੂੰ ਕੁਛ ਹੋ ਜੇ, ਜੇ ਮੈਂ ਅੰਦਰ ਜਾ ਕੇ ਉੱਪਰ ਆਪਦੇ ਕਮਰੇ 'ਚ ਸੋ ਜਾ, ਅੰਦਰ ਜਾ ਕੇ ਤੇ ਮੇਰੀ ਡਾਟਰ ਆਵਾਜ਼ਾਂ ਮਾਰੇ ਤਾਂ ਮੈਨੂੰ ਸੁਣੂ ਜਾਣੀ ਨਾ। ਤਾਂ ਕਰਕੇ ਮੈਂ ਇੱਥੇ ਬੈਠੀ ਹਾਂ ਦਰਵਾਜ਼ੇ ਅੱਗੇ ਕਿ ਮੈਨੂੰ ਘੱਟੋ ਘੱਟ ਆਵਾਜ਼ ਤਾਂ ਆ ਜਾਊਗੀ ਕਿ ਮੇਰੀ ਡਾਟਰ ਆਵਾਜ਼ ਲਾਊਗੀ। ਤੁਹਾਨੂੰ ਕੋਈ ਲੱਗਦਾ ਵੀ ਅਜਿਹਾ ਕਰ ਸਕਦੇ ਤੁਹਾਡੀ ਬੱਚੀ ਨਾਲ? ਦੇਖੋ ਕੁਝ ਵੀ ਹੋ ਸਕਦਾ, ਪੈਸੇ ਲਈ ਤਾਂ ਕੁਝ ਵੀ ਹੋ ਸਕਦਾ। ਤੁਸੀਂ ਇੱਥੇ ਬੈਠੇ ਹੋ, ਖਾਣੇ ਵਗੈਰਾ ਦਾ ਕਿੱਦਾਂ ਅਰੇਂਜ ਕਰਦੇ ਹੋ? ਐਡੀ ਠੰਡ ਪੈਂਦੀ ਪਈ ਹੈ ਜੀ। ਖਾਣੇ ਤਾਂ ਮਤਲਬ ਜਿਹੜੇ ਸਾਡੇ ਪੁਰਾਣੇ ਵਰਕਰ ਨੇ ਉਹ ਤੁਹਾਨੂੰ ਦੇ ਦੂ ਜਾਂਦੇ ਨੇ। ਅਸੀਂ ਤੇ ਉਹ ਅੰਦਰ ਬੈਠੇ ਨੇ, ਉਹ ਕਿੱਥੋਂ ਲੈ ਰਹੇ ਨੇ ਜੀ? ਉਹ ਖਾਣਾ ਕਿੱਥੋਂ ਲੈ ਰਹੇ? ਉਹਨਾਂ ਦਾ ਅੰਦਰ ਹੋਣਾ ਪਤਾ। ਅਸੀਂ ਤਾਂ ਉਹਨਾਂ ਨੂੰ ਨਾ ਰੋਕਿਆ ਨਾ ਉਹਨਾਂ ਨੂੰ, ਅਸੀਂ ਤਾਂ ਕਹਿ ਰਹੇ ਵੀ ਖੋਲੋ। ਅਸੀਂ ਪੁਲਿਸ ਨੇ ਬੋਲਿਆ, ਜਿਹੜੇ ਇੱਥੇ ਮਿਊਨਿਸਪਲ ਕੌਂਸਲਰ ਨੇ ਉਹ ਰਾਤ ਆ ਕੇ ਗਏ, ਉਹਨਾਂ ਨੇ ਵੀ ਕਾਫੀ ਉਹਨਾਂ ਨੇ ਲੋਕਾਂ ਵੀ ਨੂੰ ਕਿਹਾ ਸਮਝਾਇਆ। ਕਿ ਅਸੀਂ ਸਿਰਫ ਅਸੀਂ ਆਵਾਂਗੇ, ਇਹਨਾਂ ਨੂੰ ਵੀ ਨਹੀਂ ਅੰਦਰ ਉਹਨਾਂ ਦੇ ਆਉਣ ਫਾਦਰ ਦਿੰਦੇ। ਸਾਹਿਬ ਆਏ ਤੁਸੀਂ ਨੇ, ਅਸੀਂ ਅੰਦਰ ਆ ਕੇ ਦੱਸੋ ਤਾਂ ਸਹੀ, ਮੈਂ ਨਾਲ ਬੈਠਾ। ਪ੍ਰੋਬਲਮ ਤਾਂ ਤੁਸੀਂ ਨਾ। ਬਾਕੀ ਫੈਮਿਲੀ ਮੈਂਬਰ ਕੌਣ ਹੈਗੇ ਨੇ ਘਰ ਦੇ ਵਿੱਚ? ਮੇਨ ਤਾਂ ਇੱਥੇ ਇਹਨਾਂ ਦੇ ਮਦਰ ਇਨ ਲਾ ਰਹਿੰਦੇ ਸੀਗੇ। ਸਾਹਮਣੇ ਆਓ ਅੰਕਲ। ਇਹ ਤਾਂ ਸਾਹਮਣੇ ਆ ਜਿਹਦੇ ਮਦਰ ਇਨ ਲਾ ਰਹਿੰਦੇ ਸੀਗੇ ਜੀ। ਉਹ ਸ਼ੁਰੂ ਤੋਂ ਮਤਲਬ 6 ਸਾਲ ਹੋ ਗਏ ਉਹ ਰਹਿੰਦੇ ਨੇ ਤੇ ਇਹ ਉੱਥੋਂ ਡਿਊਟੀ ਦੇ ਕੇ ਆਪਣੇ ਆਂਦੀ ਸੀ। ਮਤਲਬ 3 ਜਣੇ ਸੀਗੇ ਮੇਨ ਫੈਮਿਲੀ 'ਚ, ਬੱਚੀ 4 ਜਣੇ ਰਹਿੰਦੀ ਤੁਸੀਂ ਇੱਥੇ? ਬੱਚੀ ਸਿਰਫ ਮੇਰੇ ਨਾਲ, ਮੇਰੇ ਹਸਬੰਡ ਨਾਲ ਤੇ ਮਦਰ-ਇਨ-ਲਾ ਨਾਲ ਰਹਿੰਦੀ ਹੈ। ਓਕੇ ਕੋਈ ਨਹੀਂ ਰਹਿੰਦਾ। ਜੀ। ਤੇ ਉਹ ਕਿੱਥੇ ਨੇ ਹੁਣ ਇਸ ਟਾਈਮ? ਮਦਰ-ਇਨ-ਲਾ ਕਿੱਥੇ ਨੇ? ਉਹ ਪਤਾ ਨਹੀਂ ਕਿੱਥੇ ਉਹ ਆਪਣੇ ਪਰਸੋਂ ਦੇ ਭੱਜੇ ਹੋਏ ਨੇ। ਜਦੋਂ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਕਿਹਾ ਨਾ ਤੁਸੀਂ ਬੇਟੀ ਨੂੰ ਲੈ ਕੇ ਆਓ ਇੱਥੇ, ਵੀ ਬਾਕੀ ਗੱਲ ਤੁਹਾਡੀ ਬਾਅਦ ਚ ਸੁਣਾਂਗੇ। ਉਹ ਕਹਿੰਦੇ ਜੀ ਨਹੀਂ ਮੈਂ ਨਹੀਂ ਬੇਟੀ ਨੂੰ ਲੈ ਕੇ ਆਣਾ। ਬਸ ਇੱਥੋਂ ਉਹ ਪਤਾ ਨਹੀਂ ਹੁਣ ਮੈਮ ਅਜਿਹੀ ਕੀ ਗੱਲ ਹੈਗੀ ਆ? ਬੱਚੇ ਤੁਸੀਂ ਕਹਿੰਦੇ ਹੋ ਬੱਚੀ ਅੰਦਰ ਆ, ਤੁਹਾਡੀ ਨਨਾਣ ਤੇ ਤੁਹਾਡੀ ਜਠਾਣੀ ਅੰਦਰ ਆ, ਪੁਲਿਸ ਕਸਟਡੀ ਵਿੱਚ ਨਹੀਂ ਲੈ ਰਹੇ ਉਹਨਾਂ ਨੂੰ, ਜਾਂ ਤੁਸੀਂ ਬੱਚੀ ਨੂੰ ਕਸਟਡੀ ਤੁਹਾਡੀ ਨਹੀਂ ਦੇ ਰਹੇ ਹੁਣ ਇਹ ਉਹ ਜਾਣਨ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਦਰਵਾਜ਼ਾ ਨਹੀਂ ਤੋੜ। ਉਹ ਕਹਿੰਦੇ ਅਸੀਂ ਦਰਵਾਜ਼ਾ ਤੋੜ ਨਹੀਂ ਸਕਦੇ, ਤੁਹਾਡਾ ਘਰ ਹੈ, ਤੁਸੀਂ ਇੱਥੇ ਬਾਹਰ ਬੈਠ ਜਾਓ, ਜਦੋਂ ਦਰਵਾਜ਼ਾ ਖੋਲਣਗੇ ਤੁਸੀਂ ਆਪਣੇ ਅੰਦਰ ਚਲੇ ਜਾਓ। ਤੁਸੀਂ ਕਿੰਨਾ ਚਿਰ ਇੱਥੇ ਬੈਠੇ ਰਹੋਗੇ? ਹੁਣ ਅਸੀਂ ਤਾਂ ਹੁਣ ਜੇ ਅਸੀਂ ਚਾਹੁੰਦੇ ਹਾਂ ਤਾਂ ਵੀ ਉਹ ਕੱਲ ਨੂੰ ਕਹਿ ਦੇਣਗੇ ਤੂੰ ਤਾਂ ਕਬਜ਼ਾ ਉਹਨਾਂ ਦਾ, ਮੁੜ ਕੇ ਸਾਨੂੰ ਘਰ ਤੋਂ ਵੀ ਕੱਢ ਦੇਣਗੇ ਉਹ। ਜੀ ਜੀ। ਪ੍ਰਾਪਰਟੀ ਸਾਰੀ ਤੁਹਾਡੇ ਹਸਬੰਡ ਦੇ ਨਾਮ ਤੇ ਹੈ ਜੀ ਇਹ? ਹਾਂ ਇਹ ਹਸਬੰਡ ਦੇ ਨਾਲ। ਤੁਹਾਡੇ ਨਾਮ ਤੇ ਵੀ ਹੈਗੀ ਹੈ ਜੀ ਕੋਈ ਪ੍ਰਾਪਰਟੀ? ਇਹਨਾਂ ਦੇ ਫਾਦਰ ਦੀ ਪ੍ਰਾਪਰਟੀ ਨਹੀਂ ਹੈਗੀ। ਮੇਰੇ ਹਸਬੰਡ ਨੇ ਇੱਥੇ ਆ ਕੇ, ਮੈਂ ਤੇ ਮੇਰੇ ਹਸਬੰਡ ਨੇ ਬਣਾਈ। ਇਹਨਾਂ ਨੇ ਆਪਣੀ ਬਣਾਈ ਹੈ। ਮੇਰੀ ਤਨਖਾਹ ਨਹੀਂ ਸੀ ਤੇ ਹਸਬੰਡ ਦੀ ਹੈਗੀ। ਆਪਾਂ ਦੋਨਾਂ ਨੇ ਸਾਰੀ ਜਿੰਨੀ ਵੀ ਪ੍ਰਾਪਰਟੀ ਦਿੱਤੀ ਹੈ ਉਹ ਸਾਡਾ ਆਪਸ ਚ। ਪ੍ਰਾਪਰਟੀ ਨੂੰ ਲੈ ਕੇ ਕੋਈ ਇਹਨਾਂ ਦਿਨਾਂ ਵਿੱਚ ਸਹਿਮਤੀ ਤੁਹਾਡੀ ਹੋਈ ਸੀ ਵੀ ਹਾਂ ਪ੍ਰਾਪਰਟੀ ਕਿਹੜੀ ਲੈ ਲੈਂਦੇ ਆ, ਕਿਹੜੀ ਦੇ ਦਿੰਦੇ ਆ? ਕੋਈ ਸਹਿਮਤੀ ਕਦੇ ਸਮਝੌਤਾ ਹੋਇਆ? ਮੈਂ ਕਦੇ ਇੱਕ ਰੁਪਏ ਵੀ ਮੈਨੂੰ ਭੇਜਦੇ ਸੀ ਉਹ ਪੇਪਰ ਕਿ ਹਾਂ ਇਸ ਪੇਪਰ ਤੇ ਸਾਈਨ ਕਰ ਦੇਣਾ, ਮੈਂ ਕਰ ਨਹੀਂ ਮੈਂ ਹਸਬੰਡ ਦੀ ਡੈਥ ਤੋਂ ਬਾਅਦ ਜਿਹੜਾ ਡਿਸਪਿਊਟ ਪਿਆ ਇਸ ਤੋਂ ਬਾਅਦ ਦੀ ਗੱਲ ਕਰਦਾ ਵਾਂ। ਕਦੇ ਪ੍ਰਾਪਰਟੀ ਨੂੰ ਲੈ ਕੇ ਮਤਲਬ ਸਹੁਰਾ ਪਰਿਵਾਰ ਨਾਲ ਤੁਹਾਡੀ ਕੋਈ ਹੋਈ ਸੈਟਿੰਗ ਕਿ ਆਹ ਪ੍ਰਾਪਰਟੀ ਲੈ ਲਓ ਜਾਂ ਉਹ ਦੇ ਦਿਓ? ਇਹਨਾਂ ਨੇ ਪਾਇਆ ਸੀਗਾ ਆਪਣੇ। ਅੱਛਾ ਜੀ।
ਉਹ ਸਾਨੂੰ ਉਹਨਾਂ ਨੇ ਆਫਰ ਕੀਤੀ ਸੀ ਕਿ ਮੈਨੂੰ ਮੇਰੇ ਬ੍ਰਦਰ ਨੂੰ ਇਹਨੂੰ ਵੀ ਤੁਸੀਂ 4.5 ਕਰੋੜ ਰੁਪਇਆ ਲੈ ਲਓ ਤੇ ਜੋ ਪ੍ਰਾਪਰਟੀ ਇਹਦੇ ਨਾਲ ਵੀ ਹੈ ਸਾਰੀ ਹੈ ਵੀ ਅਸੀਂ ਫਿਰ ਜੋ ਲਾਇਬਿਲਿਟੀਜ਼ ਹੋਊਗੀ ਅਸੀਂ ਆਪ ਨਿਬੇੜ ਦਾਂਗੇ ਜੀ। ਲੇਕਿਨ ਉਹ ਬੱਚਾ ਤੁਹਾਨੂੰ ਤਾਂ ਦੇਵਾਂਗੇ ਜਦੋਂ ਪ੍ਰਾਪਰਟੀ ਦਾ ਡਿਸਪਿਊਟ ਸੈਟਲ ਹੋਏਗਾ। ਅਸੀਂ ਕਹਿੰਦੇ ਬੱਚਾ ਪ੍ਰਾਪਰਟੀ ਇੱਕ ਚੀਜ਼ ਨਹੀਂ ਹੈਗੀ, ਬੱਚਾ ਬੱਚੇ ਨੂੰ ਉਹਦੀ ਮਾਂ ਨੂੰ ਦੇ ਦਿਓ। ਪ੍ਰਾਪਰਟੀ ਕਿਤੇ ਭਜਦੀ ਨਹੀਂ ਹੈ, ਪ੍ਰਾਪਰਟੀ ਦਾ ਜੋ ਲੀਗਲ ਹਾਇਰ ਹੋਏਗਾ ਉਹਦੇ ਥਰੂ ਜੋ ਵੀ ਸੈਟਲਮੈਂਟ ਹੋਏਗੀ ਆਪਾਂ ਕਰ ਲਾਂਗੇ। ਤੁਸੀਂ ਕੀ ਕਹਿਣਾ ਕਿ ਬੱਚੀ ਹੁਣ ਕਿਡਨੈਪ ਕਰਕੇ ਰੱਖੀ ਹੈ ਇਹਨਾਂ ਨੇ? ਉਹਨੂੰ ਮਤਲਬ ਕਿਡਨੈਪ ਕੇ ਸਮਝੋ ਜਾਂ ਮਤਲਬ ਪਲਾਨਿੰਗ ਹੈ ਬਸ ਉਹਨਾਂ ਦੀ ਵੀ ਉਹ ਬੱਚਾ ਨਹੀਂ ਦੇਣਾ ਚਾਹੁੰਦੇ ਬਈ ਵੀ ਕਿਤੇ ਇਹਨਾਂ ਨੂੰ ਪ੍ਰਾਪਰਟੀ ਨਾ ਮਿਲ ਜੇ ਜਾਂ ਕੁਝ ਹੋਰ। ਮਤਲਬ ਤੁਹਾਡਾ ਆਪਣਾ ਘਰ ਕਿੱਥੇ ਹੈਗਾ? ਪੇਕਾ ਘਰ ਤੁਹਾਡਾ ਕਿੱਥੇ ਹੈ ਜੀ? ਜੀਰਕਪੁਰ ਚੰਡੀਗੜ੍ਹ। ਜੀਰਕਪੁਰ ਹੈਗਾ। ਠੀਕ, ਤੁਸੀਂ ਵੀ 3-4 ਦਿਨ ਤੋਂ ਨਾਲ ਆਪਣੇ ਬੇਟੇ ਨਾਲ ਬੈਠੇ? ਨਾਲ ਹੀ ਇਹਨਾਂ ਇਹਦੇ ਨਾਲ ਹੋਰ ਕੋਈ ਹੈ ਨਹੀਂ, ਮੈਂ ਇਹ ਕਰ ਬਸ ਜੀ ਪੂਰਾ ਦਿਨ ਕੈਨੇਡਾ ਹੈਗਾ। ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਕੀ ਤੁਹਾਡੀ ਡਿਮਾਂਡ ਕੀ ਹੈਗੀ ਇਸ ਅੱਜ ਤੱਕ ਕਹਿੰਦੇ ਸਾਨੂੰ ਸਾਡੇ ਬੱਚੇ ਨੂੰ ਦਵਾ ਦਿਓ, ਬਾਕੀ ਜਿਹਦਾ ਜੋ ਹੋਊਗਾ ਵੀ ਜੋ ਬੈਂਕ ਦਾ ਲੈਣਾ ਦੇਣਾ ਉਹ ਕਰ ਨਿਬੇੜ ਕੇ ਜੋ ਬਣਦਾ ਉਹ ਬੱਚੇ ਦੇ ਨਾਲ ਲਵਾ ਦਿਓ। ਜੇ ਉਹਨਾਂ ਦੀ ਮਦਰ ਦਾ ਹਿੱਸਾ ਬਣਦਾ ਸਾਨੂੰ ਉਹ ਵੀ ਕੋਈ ਇਤਰਾਜ਼ ਨਹੀਂ। ਕੀ ਅਸੀਂ ਇਹ ਕਹਿ ਸਕਦੇ ਵੀ ਪ੍ਰਾਪਰਟੀ ਦਾ ਸਾਰਾ ਇਸ਼ੂ ਹੈਗਾ ਜਿਹੜਾ ਮੇਨ ਮਤ ਉਹੀ ਸਮਝੋ ਬਸ ਪ੍ਰਾਪਰਟੀ ਦਾ ਹੀ ਇਸ਼ੂ ਹੈ ਬਸ ਮੇਨ ਤਾਂ ਇਹਨਾਂ ਦਾ। ਹੋਰ 65 ਪਲੱਸ ਉਮਰ ਦੇ ਛੋਟੇ 7.5 ਸਾਲ ਦੇ ਬੱਚੇ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਬੱਚੇ ਨੂੰ ਕੀ ਸੰਭਾਲੂਗਾ? ਔਰ ਘਰ ਚ ਇਹਨਾਂ ਦੇ ਕੋਈ ਫੀਮੇਲ ਇੱਕ ਨਾਲ ਗੱਲ ਕਰ ਲਓ। ਸਾਹਮਣੇ ਕਿਸੇ ਨੂੰ ਵੀ ਪੁੱਛ ਲਿਓ, ਕੋਈ ਕਿਸੇ ਹੋਰ ਦੇ ਬੱਚੇ ਨੂੰ ਨਹੀਂ ਪਾਲਦਾ। ਘਰ ਚ ਕੋਈ ਫੀਮੇਲ ਬੱਚਾ ਵੀ ਨਹੀਂ ਹੈਗਾ ਹੋਰ ਮਤਲਬ ਵੀ ਜਿਹੜਾ ਇਹਨਾਂ ਨੂੰ ਮੈਮ ਜਿਹੜੇ ਤੁਹਾਡੇ ਹਸਬੰਡ ਸੀ ਪੰਕਜ ਵਰਮਾ ਜੀ, ਉਹ ਡੀ-ਐਡਿਕਸ਼ਨ ਦੀ ਮੈਡੀਸਨ ਦਿੰਦੇ ਸੀਗੇ। ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੇ ਕਲੀਨਿਕ ਨੂੰ ਵੀ ਚਲਾਇਆ ਜਾਂ ਕਿਸੇ ਹੋਰ ਨੇ ਜਾਂ ਕੋਈ ਦਵਾਈ ਦਾ ਮਿਸਯੂਜ਼ ਤਾਂ ਨਹੀਂ ਕੀਤਾ? ਇੰਸਪੈਕਸ਼ਨ ਹੋਣੀ ਹੈ ਜੀ। ਮੈਂ ਇੰਸਪੈਕਸ਼ਨ ਵਾਲਿਆਂ ਨੂੰ ਜਾ ਕੇ ਲੈਟਰ ਦੇ ਕੇ ਆਈ ਸੀ, ਤਾਂ ਹੀ ਉਹਨਾਂ ਉਸੇ ਟਾਈਮ ਇਹਨਾਂ ਨੇ ਮੈਨੂੰ ਇਹ ਦਰਵਾਜ਼ਾ ਲੌਕ ਕੀਤਾ। ਸਾਨੂੰ ਇਹਨਾਂ ਤੋਂ ਪਤਾ ਕਿਸੇ ਤੋਂ ਪਤਾ ਲੱਗਿਆ ਸੀਗਾ ਕਿ ਇਹਨਾਂ ਦਾ ਜਿਹੜਾ ਜਵਾਈ ਹੈ ਉਹ ਦਵਾਈ ਦਾ ਨਾ ਮਿਸਯੂਜ਼ ਕਰ ਰਿਹਾ। ਉਹਨੇ ਆਪਣੇ ਵਰਕਰਸ ਨੂੰ ਵੀ ਕਿਹਾ, ਉਸੇ ਦਿਨ ਇਹਨਾਂ ਨੇ ਵਰਕਰਸ ਤੋਂ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਕੋਲ ਖਾਲੀ ਕਾਗਜ਼ ਹੈਗਾ ਸਾਈਨ ਹੋਇਆ ਹੋਇਆ? ਉਹ ਵੀ ਵਰਕਰ ਨੂੰ ਪੁੱਛਿਆ। ਮੈਮ ਅਜਿਹੇ ਕੀ ਕਾਰਨ ਹੋਇਆ ਵੀ ਤੁਹਾਡੇ ਹਸਬੰਡ ਦੀ ਡੈਥ ਹੋਈ ਆ, ਤੁਹਾਨੂੰ ਉਹਨਾਂ ਦੇ ਦੱਸਿਆ ਵੀ ਨਹੀਂ? ਕਹਿੰਦੇ ਵੀ ਸੰਸਕਾਰ ਤੇ ਵੀ ਬੁਲਾਇਆ ਗਿਆ। ਪਹਿਲਾਂ ਕੋਈ ਉਹਨਾਂ ਕੋਈ ਡਿਸਪਿਊਟ ਹੋਣਾ ਤੁਹਾਡਾ ਨਾ ਜਿਹੜਾ ਇੰਨਾ ਦਿੱਕਤ ਆਈ ਹੈ? ਉਹੀ ਕਹਿ ਰਹੀ ਹਾਂ ਮੈਂ। ਹੁਣ ਇਨ-ਲॉज ਕੀ ਚਾਹੁੰਦੇ ਸੀ ਕੀ ਨਹੀਂ ਚਾਹੁੰਦੇ ਸੀ, ਦੇਖੋ ਸਾਰਾ ਕੁਝ ਮੇਰੇ ਹਸਬੰਡ ਮੇਰੇ ਸਾਰੇ ਇਨ-ਲॉज ਇੰਨੇ ਫਾਈਨੈਂਸ਼ੀਅਲੀ ਸੈੱਟ ਨਹੀਂ ਹੈਗੇ, ਸਾਰੇ ਮੇਰੇ ਹਸਬੰਡ ਤੇ ਡਿਪੈਂਡੈਂਟ ਸੀਗੇ। ਤੇ ਮੈਂ ਵੀ ਕਦੇ ਐਦਾਂ ਨਹੀਂ ਕਿਹਾ ਕਿ 1 ਰੁਪਿਆ ਇਹਨਾਂ ਨੂੰ ਨਾ ਦਿਓ ਜਾਂ ਇਹ ਇੰਨੇ ਪੈਸੇ ਨਾ ਦਿਓ। ਮੈਂ ਤਾਂ ਆਪ ਦਿੰਦੀ ਰਹੀ ਹਾਂ। ਤੁਸੀਂ ਹਰ ਸੈਚਰਡੇ ਸੰਡੇ ਇੱਥੇ ਅਸੀਂ ਆਉਂਦੇ ਜੀ ਫੈਮਿਲੀ 'ਚ? ਕਈ ਵਾਰੀ ਮਤਲਬ ਇੱਕ ਅੱਧੀ ਵਾਰੀ ਕੋਈ ਝਗੜਾ ਤਾਂ ਨਹੀਂ ਹੋਇਆ ਕਦੇ? ਨਹੀਂ ਕੋਈ ਝਗੜਾ ਨਹੀਂ। ਤੇ ਉਹ ਤੋਂ ਬਾਅਦ ਸੈਟਰਡੇ ਸੰਡੇ ਨੂੰ ਜਦੋਂ ਮੈਂ ਇਨ-ਲॉज ਨੂੰ ਕਿਹਾ ਕਿ ਮੇਰੇ ਇਨ-ਲॉज ਸੀਗੇ ਜਿਹੜੇ ਉਹਨਾਂ ਦੇ ਦਿਮਾਗ 'ਚ ਇਹੀ ਹੋਣਾ ਹੈ ਕਿ ਬਈ ਇਹ ਚਲੇ ਗਏ, ਹੁਣ ਸਾਨੂੰ ਕੌਣ ਪਾਲੂਗਾ? ਇੰਨੇ ਦਿਨਾਂ ਦਾ ਤਾਂ ਇਹ ਪਾਲਦੇ ਸੀ। ਉਹਨਾਂ ਨੂੰ ਇਹ ਡਰ ਹੈ। ਮੈਂ ਤਾਂ ਇਹ ਵੀ ਮਨਾ ਨਹੀਂ ਕੀਤਾ ਕਿ ਮੈਂ ਕਿਸੇ ਨੂੰ ਨਹੀਂ ਦਊਂਗੀ ਜਾਂ ਦਊਂਗੀ, ਮੈਂ ਤਾਂ ਕੁਝ ਕਿਹਾ ਨਹੀਂ ਕਿ ਮੈਂ ਨਹੀਂ ਦਊਂਗੀ। ਇਹਨਾਂ ਦੇ ਦਿਮਾਗ 'ਚ ਇਹੀ ਚੱਲਦਾ ਕਿ ਬਈ ਕੱਲ ਨੂੰ ਸਾਨੂੰ ਨਹੀਂ ਪੁੱਛੇਗੀ, ਇਹ ਨਹੀਂ। ਬੱਚੀ ਜਦੋਂ ਤੁਸੀਂ ਚੰਡੀਗੜ੍ਹ ਜੌਬ ਕਰਦੇ ਸੀ, ਬੱਚੀ ਇੱਥੇ ਰਹਿੰਦੀ ਸੀ ਆਪਣੀ ਦਾਦੀ ਕੋਲੇ? ਹਾਂਜੀ, ਮਾਰਚ 2020 ਦੀ। ਪਾਪਾ ਕੋਲੇ ਤੇ ਦਾਦੀ ਕੋਲੇ। ਤੁਸੀਂ ਕਿੰਨੇ ਚਿਰ ਤੋਂ ਚੰਡੀਗੜ੍ਹ ਸ਼ਿਫਟ ਹੋਏ ਹੋ? ਮੈਂ ਤਾਂ ਚੰਡੀਗੜ੍ਹ ਸੀਗੀ 2016 ਚ। 2016 ਬਟ ਹਸਬੰਡ ਆ ਗਏ ਸੀਗੇ ਉੱਥੇ ਨਾ 2018 ਚ ਆ ਗਏ ਸੀਗੇ ਤੇ 2018 ਤੋਂ 2020 ਤੱਕ ਉੱਥੇ ਹੀ ਰਹੇ। ਅੱਛਾ, ਉੱਥੇ ਹੀ ਰਹੇ। ਬੱਚੇ ਤੁਹਾਡੇ ਨਾਲ ਸੀ ਉੱਥੇ? ਨੂੰ ਇਹ ਕਹਿੰਦੇ ਨੇ ਵੀ 6 ਸਾਲ ਤੋਂ ਮੈਂ ਇਹ ਪਾ ਰਹੀ ਹਾਂ, ਜਦ ਕਿ 6 ਸਾਲ ਤੋਂ ਇਹਨੇ ਆਪਣੀ ਡਾਟਰ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਫੋਟੋ ਦੇ ਵੀ। ਜੀ ਥੈਂਕ ਯੂ। ਇਹਨੇ ਘਰ ਦੀ ਨੌਕਰਾਨੀ ਨੂੰ ਕਿਹਾ ਵੀ ਕੰਧ ਟੱਪ ਕੇ ਕਹਿੰਦੇ ਸੀ ਆ ਜਾਓ, ਕਿਸ ਤਰ੍ਹਾਂ ਆਉਂਦੀ ਜਾਂਦੀ ਹੈ? ਡੇਲੀ ਆਉਂਦੀ ਨਹੀਂ, ਉਹਨੂੰ ਮਤਲਬ ਉਹ ਆਈ ਵੀ ਨਹੀਂ ਜਦੋਂ ਵੀ ਅਸੀਂ ਬਾਕੀ ਗਾਰਡ ਆਉਂਦਾ ਹੈ ਤੇ ਰਾਤ ਨੂੰ ਉਹਨੂੰ ਅਸੀਂ ਕਹਿ ਦਿੰਦੇ ਜਾਂ ਕਾਰ ਧੋਣ ਵਾਲਾ ਆਉਂਦਾ, ਬਾਕੀ ਸਾਡੇ ਕੋਈ ਨਹੀਂ ਹੋਇਆ। ਠੀਕ ਹੈ। ਥੈਂਕ ਯੂ। ਤੁਸੀਂ ਭਾਜੀ ਇਹਨਾਂ ਦੇ ਨਾ ਲੇਡੀਜ਼ ਦੇ ਡਾਕਟਰ ਸਾਹਿਬ ਦੇ ਗਵਾਂਢ ਦੇ ਵਿੱਚ ਰਹਿੰਦੇ ਹੋ। ਇਹ ਲੇਡੀਜ਼ ਕਹਿ ਰਹੇ ਨੇ ਕਿ ਮੈਂ ਸ਼ੁਰੂ ਤੋਂ ਇੱਥੇ ਰਹਿ ਰਹੀ ਹਾਂ। ਇਹਨਾਂ ਦੇ ਤੁਸੀਂ ਦੇਖਿਆ ਕਿ ਇੱਥੇ ਰਹਿ ਰਹੇ ਸੀਗੇ ਸ਼ੁਰੂ ਤੋਂ? ਡਾਕਟਰ ਸਾਹਿਬ ਦੇ ਨਾਲ ਹੀ ਮੀਆਂ ਬੀਬੀ ਤੇ ਬੱਚੀ ਨਾਲ ਹੀ ਰਹਿ ਰਹੇ ਸੀ। ਬੱਚੀ ਜਨਾਨੀ ਦੋਨੇ ਇਕੱਠੇ ਰਹਿੰਦੇ ਸੀ, ਨਾਲ ਉਹਨਾਂ ਦੀ ਮਾਤਾ ਸੀਗੀ ਜੀ। ਜਿਹੜੇ ਲੱਗਿਆ ਵੀ ਡਿਸਪਿਊਟ ਸੀਗਾ ਇਹਨਾਂ ਦਾ ਕੋਈ ਫੈਮਿਲੀ? ਅੱਛਾ, ਜਿਹੜੇ ਹੁਣ ਇਹ ਕਹਿ ਰਿਹਾ ਕਿ ਨਣਦ ਵੀ ਇੱਥੇ ਆ ਕੇ ਬਹਿ ਗਈ, ਉਹ ਨਣਦੋਈਆ ਬਹਿ ਗਿਆ। ਬੈਠੀ 4-5 ਦਿਨਾਂ ਤੋਂ ਆਣ ਕੇ ਬੈਠੇ। ਪਹਿਲਾਂ ਕੁੜੀਆਂ ਇੱਥੇ ਬੈਠੀਆਂ ਸੀ, ਪਹਿਲਾਂ ਤਾਂ ਨਹੀਂ ਰਹਿੰਦੇ ਸੀ। ਹੁਣੀ ਬੈਠੇ 3-4 ਦਿਨਾਂ ਤੋਂ ਆਣ ਕੇ ਇੱਥੇ ਬੈਠੀ ਆ। ਇਹ ਤਾਂ ਤੁਸੀਂ ਕੀ ਕਹੋਗੇ? ਇੱਕ ਇਨਸਾਨੀਅਤ ਕਿੱਥੇ ਗਈ ਆ? ਬੱਚੀ ਉਹਨਾਂ ਦੇ ਅੰਦਰ ਆ ਵਿਚਾਰੀ, ਮੈਡਮ ਨਾਲ ਧੱਕਾ ਕਰਦੇ ਕੋਈ ਚੱਕਰ ਨਹੀਂ ਜੀ। ਵਿਚਾਰੀ ਬੱਚੀ ਅੰਦਰ ਆ ਛੋਟੀ, ਭਾਈ ਅੰਦਰ ਮਾਰਦੇ ਕੋਲ ਕੀ ਕਰਦੇ ਆ? ਬੱਚੀ ਨੂੰ ਅੰਦਰ ਬੱਚਾ ਤੇ ਡਰਾਉਂਦੇ ਹੋਣਗੇ ਬੱਚੀ ਨੂੰ ਜੀ। ਤੇ ਆਇਆ ਕੋਈ ਇੱਥੇ ਦਾ ਕਾਉਂਸਲਰ ਜਾਂ ਕੋਈ ਐਮਐਲਏ ਇਹਨਾਂ ਦੀ ਕੋਈ ਹੈਲਪ ਵਾਸਤੇ ਸਾਹਮਣੇ ਆਇਆ? ਕੋਈ ਨਹੀਂ ਆਇਆ ਜੀ। ਕੌਣ ਹੈ ਕਾਉਂਸਲਰ ਇੱਥੇ? ਕਾਉਂਸਲਰ ਨਹੀਂ ਆਇਆ ਜੀ। ਕਿਹੜਾ ਕਾਉਂਸਲਰ ਆਇਆ ਸੀ?
ਪਿੱਛੇ ਆਓ ਲਾਪਰਾ ਦੇ ਫਾਦਰ ਸਾਹਿਬ ਆਏ ਸੀਗੇ, ਆਪ ਆਏ ਸੀਗੇ, ਉਹਨਾਂ ਨੂੰ ਇਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ। ਕੱਲ ਆਏ ਸੀਗੇ, ਪਰਸੋਂ ਆਏ ਸੀਗੇ, ਪੁਲਿਸ ਨੂੰ ਵੀ ਨਹੀਂ ਗੇਟ ਖੋਲਿਆ ਜੀ। ਲੜਕਾ ਆਇਆ ਸੀਗਾ ਤੇ ਉਹਨੇ ਵੀ ਬੜੀਆਂ ਮਿੰਨਤਾਂ ਕੀਤੀਆਂ ਇਹਨਾਂ ਨੇ, ਪਰ ਲੇਕਿਨ ਨਹੀਂ ਇਹਨਾਂ ਨੇ ਦਰਵਾਜ਼ਾ। ਫਿਰ ਉਸ ਤੋਂ ਬਾਅਦ ਪੁਲਿਸ ਵੀ ਆਈ, ਪੁਲਿਸ ਨੇ ਵੀ ਕਿਹਾ ਵੀ ਤੁਸੀਂ ਦਰਵਾਜ਼ਾ ਖੋਲੋਗਾ, ਬੱਚੀ ਨੂੰ ਮਨਾ ਲਓਗਾ, ਪਰ ਨਹੀਂ ਇਹਨਾਂ ਨੇ ਦਰਵਾਜ਼ਾ ਕੋਈ ਨਹੀਂ ਖੋਲਿਆ ਜੀ। ਤੁਸੀਂ ਕਿੰਨੇ ਦਿਨ ਤੋਂ ਦੇਖ ਰਹੇ ਹੋ ਇਹਨਾਂ ਨੂੰ ਇੱਥੇ ਬਾਹਰ ਬੈਠਿਆਂ ਨੂੰ? 3 ਦਿਨ ਹੋ ਗਏ, 3-4 ਦਿਨ ਹੋ ਗਏ। ਤੁਹਾਡੀ ਪੋਤੀ ਹੈ ਕਿ ਦੋਤੀ ਹੈ? ਦੋਤੀ ਹੈ ਸਾਡੀ। ਦੋਤੀ ਹੈ ਤੁਹਾਡੀ, ਅੱਛਾ ਜੀ, ਠੀਕ ਹੈ। ਤੇ ਜਿਹੜੀ ਨਨਾਣ ਆ ਤੁਸੀਂ ਕਹਿੰਦੇ ਤੰਗ ਕਰਦੀ ਆ, ਉਹਦਾ ਹਸਬੰਡ ਕੀ ਕਰਦਾ? ਇੱਥੇ ਨਹੀਂ ਸੀਗਾ ਰਹਿੰਦੇ ਪਹਿਲਾਂ? ਇੱਥੇ ਨਹੀਂ ਸੀ ਜੀ, ਬਾਹਰੋਂ ਹੁਣ ਆਏ ਨੇ। ਅੱਛਾ, ਦਿੱਲੀ ਕੰਮ ਕਰਦਾ ਸੀਗਾ, ਡਾਕਟਰ ਦੀ ਕੁੜੀ ਸੀ। ਡਾਕਟਰ ਸਾਹਿਬ, ਡਾਕਟਰ ਦੀ ਮਿਸਿਸ ਤੇ ਉਹਨਾਂ ਦੀ ਬੇਟੀ। ਠੀਕ ਹੈ ਜੀ, ਧੰਨਵਾਦ ਜੀ। ਇਹਨਾਂ ਦੇ ਹਸਬੰਡ ਦੇ ਨਾਮ ਤੇ ਘਰ ਹੈ, ਇਹਨਾਂ ਜੀ। ਨੂੰ ਰੋਕ ਨਹੀਂ ਸਕਦਾ। ਬਿਲਕੁਲ ਆਪਣਾ ਸਾਹਿਬ, ਰੋਕ ਸਕਦੇ? ਬਿਲਕੁਲ, ਮੈਂ ਪਹਿਲਾਂ ਕਹਿ ਕੇ ਹਟਿਆ ਇਹਨਾਂ ਦੀ ਜੀ। ਬੇਟੀ 6 ਸਾਲ ਦੀ ਅੰਦਰ ਹੈ, 7 ਸਾਲ ਦੀ ਇਨਫੈਕਟ ਜੀ। ਤੇ ਇਹ ਕਹਿੰਦੇ ਵੀ ਮੈਨੂੰ ਮਿਲਾ ਦਿਓ, ਪੁਲਿਸ ਆਈ ਕੱਲ ਵੀਡੀਓ ਕਾਲ ਕਰਾ ਕੇ ਚਲੀ ਗਈ ਜੀ। 6-7 ਸਾਲ ਦੇ ਬੱਚੇ ਦੇ ਕਿੰਨਾ ਕੁ ਦਿਮਾਗ ਹੁੰਦਾ, ਕੱਚਾ ਘੜਾ ਹੁੰਦਾ। ਸਰ ਮੈਂ ਏਸੀਪੀ ਨੂੰ, ਲਪਰਾ ਸਾਹਿਬ, ਮੈਂ ਏਸੀਪੀ ਸਾਹਿਬ ਨੂੰ ਕਾਲ ਕੀਤੀ, ਉਹਨਾਂ ਦਾ ਕੀ ਕਹਿਣਾ ਕਿ ਕੋਰਟ 'ਚ ਚਲੇ ਜਾਣ। ਮੈਂ ਕਿਹਾ ਜੀ ਬੱਚੀ 6 ਸਾਲ ਦੀ ਆ, ਕਹਿੰਦੇ ਜਿਹਦੇ ਨਾਲ ਜਾਣਾ ਨਹੀਂ ਚਾਹੁੰਦੀ। ਮੈਂ ਕਿਹਾ ਜੀ ਬੱਚੀ ਨੂੰ ਕੀ ਸਮਝ ਆ, ਤੇ ਕਹਿੰਦੇ ਉਹ ਇਹ ਪਹਿਲਾਂ ਕਿਉਂ ਗਈ ਸੀ ਛੱਡ ਕੇ। ਅੱਛਾ, ਇੱਕ ਸਿੰਪਲ ਦੀ ਗੱਲ ਮੈਨੂੰ ਦੱਸੋ, ਇਹਨਾਂ ਦੇ ਹਸਬੰਡ ਦਾ ਘਰ ਜੀ, ਇਹ ਵਾਈਫ ਹੈ, ਬਿਲਕੁਲ, ਹਸਬੰਡ ਦੀ ਮਦਰ ਅੰਦਰ ਨਹੀਂ ਹੈ ਜੀ, ਸਿਰਫ ਇਹਨਾਂ ਦੀ ਇੱਕ ਜਠਾਣੀ ਤੇ ਇੱਕ ਨਨਾਣ ਅੰਦਰ ਹੈ, ਜਿਹੜੀਆਂ ਯਮਨਾ ਨਗਰ ਰਹਿੰਦੀਆਂ। ਉਹਨਾਂ ਦਾ ਘਰ ਦੇ ਅੰਦਰ ਲੋਕ ਮਾਰ ਕੇ ਰਹਿਣ ਦਾ ਮਤਲਬ ਨਹੀਂ, ਉਹ ਵੀ ਇਹਨਾਂ ਦੀ ਬੱਚੀ ਨੂੰ ਨਾਲ ਰੱਖ ਕੇ ਇੱਕ ਤਰ੍ਹਾਂ ਦੀ ਕਿਡਨੈਪਿੰਗ ਹੈ। ਬਿਲਕੁਲ ਜੀ। ਤੇ ਫਿਰ ਪ੍ਰਸ਼ਾਸਨ ਕਿਉਂ ਨਹੀਂ ਹਸਬੰਡ ਦੀ ਕਾਰਾਂ ਵੀ ਗਏ ਨਾ? ਅੱਛਾ, ਪ੍ਰਸ਼ਾਸਨ ਕਿਉਂ ਨਹੀਂ ਐਕਸ਼ਨ ਲੈ ਰਿਹਾ ਜੀ? ਪਤਾ ਨਹੀਂ, ਤਕੜਾ ਅਫਸਰ ਪਿੱਛੋਂ। ਅੱਛਾ, ਇੱਕ ਗੱਲ ਦੱਸੋ ਲਾਪਰਾ ਸਾਹਿਬ, ਲਾਪਰਾ ਸਾਹਿਬ ਇੱਕ ਦੱਸੋ, ਥੋੜੇ ਦਿਨ ਪਹਿਲਾਂ 2.5 ਸਾਲ ਦੀ ਦਿਲਰੋਜ਼ ਜਦੋਂ ਉਹਨੂੰ ਮਾਰਿਆ ਜਾਂਦਾ ਇੱਕ ਔਰਤ ਵੱਲੋਂ, ਸਾਰਾ ਲੁਧਿਆਣਾ ਸੜਕਾਂ ਤੇ ਕੈਂਡਲ ਮਾਰਚ ਨਿਕਲਣ ਲੱਗ ਜਾਂਦੇ ਨੇ, ਤੇ ਅੱਜ ਤਾਂ ਜਿਉਂਦੀ ਬੱਚੀ ਅੰਦਰ ਆ। ਅਸੀਂ ਉਹਦੇ ਲਈ ਇਨਸਾਨੀਅਤ ਮਰ ਗਈ ਲੋਕਾਂ ਦੀ। ਕਿਸੇ ਦੇ ਮਰੇ ਤੇ ਸਿਆਸਤ ਕਰਨੀ ਬਹੁਤ ਸੌਖੀ ਹੁੰਦੀ ਹੈ। ਬਿਲਕੁਲ। ਜੇ ਅੱਜ ਲੋੜ ਹੈ ਨਾ, ਜਿਹੜੇ ਲੋਕ ਕੈਂਡਲ ਮਾਰਚ ਕਰਦੇ ਸੀ, ਮੈਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ, ਆ ਕੇ ਭੈਣ ਦੀ ਮਦਦ ਕਰ ਦਿਓ, ਇਹਨੂੰ ਤਾਂ ਜਵਾਕ ਦਿਓ। ਮੈਂ ਪਹਿਲਾਂ ਕਵਰਿੰਗ ਦੇ ਵਿੱਚ ਕਹਿ ਕੇ ਹਟਿਆ ਇਹ ਗੱਲ ਕਿ ਬਾਅਦ ਚੋਂ ਫਿਰ ਸੜਕਾਂ ਤੇ ਉਤਰਨ ਦਾ ਕੀ ਫਾਇਦਾ ਜੀ, ਜਦੋਂ ਅਸੀਂ ਜਿਉਂਦੇ ਬੱਚੇ ਨੂੰ ਅਸੀਂ ਉਹਦੀ ਮਾਂ ਨਾਲ ਨਹੀਂ ਮਿਲਾ ਸਕਦੇ। ਜਦੋਂ ਮੈਂ ਆਇਆ ਜੀ, ਮੈਂ ਇਹਨਾਂ ਨੂੰ ਦੇਖਿਆ ਕਿ ਗੇਟ ਦੇ ਨਾ ਬਾਹਰਲੇ ਪਾਸੇ ਬੈਠੇ ਸੀ। ਮੈਂ ਪੁੱਛਿਆ ਵੀ ਕਿਉਂ ਬੈਠੇ ਹੋ? ਮੈਨੂੰ ਬੁਲਾਇਆ ਸੀ ਜੀ, ਉਦੋਂ ਬੱਚੀ ਉੱਚੀ ਉੱਚੀ ਕਹਿੰਦੇ ਅੰਦਰੋਂ ਚੀਕਾਂ ਦੀ ਆਵਾਜ਼ ਆ ਰਹੀ ਹੈ। ਜਦੋਂ ਮੈਂ ਆਇਆ, ਇਹਨਾਂ ਨੇ 112 ਤੇ ਕਾਲ ਕੀਤੀ, ਪੁਲਿਸ ਆਈ ਜੀ। ਪੀਸੀਆਰ ਵਾਲੇ ਕਹਿੰਦੇ ਖਿਲਾਉਣਾ ਬਣਦਾ। ਉਹ ਕਹਿੰਦੇ ਜੇ ਨਹੀਂ ਖੋਲੋਗੇ ਅਸੀਂ ਲੋਕ ਵਾਲਾ ਬੁਲਾ ਕੇ ਦਰਵਾਜ਼ਾ ਤੋੜਵਾ ਲਾਂਗੇ। ਬਟ ਜਦੋਂ ਏਐਸਆਈ ਸਾਹਿਬ ਆਏ, ਉਹ ਕਹਿੰਦੇ ਨਹੀਂ ਜੀ ਨਹੀਂ, ਏਸੀਪੀ ਸਾਹਿਬ ਨੇ ਕੱਲ 11 ਵਜੇ ਬੁਲਾਇਆ, ਤੁਹਾਨੂੰ ਅੱਜ ਬੁਲਾਇਆ 11 ਵਜੇ? ਉਹ ਕਹਿੰਦੇ ਸੋਮਵਾਰ ਨੂੰ ਆਇਓ ਤੁਸੀਂ। ਕਹਿੰਦੇ ਇਹ ਆਪਦੇ ਘਰ 'ਚ ਹੀ ਬਾਹਰ ਕਿਉਂ ਰਹਿਣ ਜੀ? ਇਹ ਸਿਰਫ ਤੇ ਸਿਰਫ ਕੰਪਲੇਂਟ ਕੱਲ ਥਾਣੇ ਗਏ ਸੀ ਵੀ ਮੇਰੇ ਆ ਕਰ ਰਹੇ ਰਿਸ਼ਤੇਦਾਰ, ਉਸ ਕਰਕੇ ਵੀ ਮੈਂ ਘਰ ਦੇ ਬਾਹਰ ਜਦੋਂ ਨਿਕਲੇ ਪਿੱਛੋਂ ਲੋਕ ਲਾ ਲਿਆ। ਘਰ ਤਾਂ ਇਹਨਾਂ ਦਾ। ਲਾਪਰਾ ਸਾਹਿਬ ਹੱਲ ਹੱਲ ਮੈਂ ਦਰਵਾਜ਼ਾ ਤੋੜ ਕੇ ਬਿਠਾ ਦਿੰਦਾ, ਇਨਸਾਨੀਅਤ ਦੇ ਤੌਰ ਤੇ। ਇਨਸਾਨੀਅਤ ਤੌਰ ਜਿਹੜਾ ਪਰਚਾ ਹੋਣਾ ਮੇਰੇ ਤੇ ਕਰਦਾ। ਅਸੀਂ ਭੱਲੇ ਵਾਲੇ ਨਾਲ ਸਾਰੇ ਬਿਲਕੁਲ ਦਰਾਨੀ ਜਠਾਣੀ ਬਾਹਰੋਂ ਦਾਤ ਆਣ ਕੇ ਰਹਿੰਦੀ ਹੈ, ਫਿਰ ਧੱਕਾ ਕਰਦੇ ਸਾਡੇ ਨਾਲ ਪੜੋਸ। ਅਸੀਂ ਹਾਂ ਬਿਲਕੁਲ, ਘਰ ਇਹਨਾਂ ਦਾ, ਘਰ ਇਹਨਾਂ ਦਾ ਮਾਲਕ ਇਹ ਬਾਹਰ ਬੈਠੇ ਆ। ਉਹ ਘਰ ਹੈ ਜੀ ਇਹਨਾਂ ਦੇ ਜੀ, ਆ ਨਾਲ ਦਾ ਤੇ ਆ ਵਾਲਾ ਜੀ। ਉਹ ਘਰ ਇਹਨਾਂ ਦੇ ਨਾਮ ਤੇ ਹੈ, ਆ ਇਹਨਾਂ ਦੇ ਹਸਬੰਡ ਦੇ ਨਾਮ ਤੇ। ਕਰੋੜਾਂ ਦੀ ਪ੍ਰਾਪਤੀ ਹੈ ਜੀ ਇਹ ਸਾਰੇ। ਤੇ ਗੱਡੀਆਂ ਤਿੰਨੇ ਗੱਡੀਆਂ ਗਏ। ਇਹ ਤਾਂ ਕਹਿੰਦੇ ਮੈਨੂੰ ਪ੍ਰਾਪਰਟੀ ਵੀ ਨਹੀਂ ਚਾਹੀਦੀ, ਮੈਨੂੰ ਮੇਰੀ ਕੁੜੀ ਦੇਣ ਮੈਂ ਜਾਵਾਂ। ਹਾਂ। ਅੱਛਾ ਲਾਪਰਾ ਸਾਹਿਬ, ਇੱਕ ਗੱਲ ਲਾਸਟ, ਪੈਸੇ ਤੇ ਪ੍ਰਾਪਰਟੀ ਪਿੱਛੇ ਇਨਸਾਨੀਅਤ ਮਰ ਗਈ ਕਹਿ ਸਕਦੇ ਹਾਂ? ਹੁਣ ਪਾਣੀ ਹੋ ਗਿਆ। ਚਲੋ ਦੇਖੋ ਜੀ ਕੀ ਕਹਿੰਦੇ ਆ। ਅਸੀਂ ਬਕਾਇਦਾ ਸਾਰਾ ਤਾਲੀ ਉੱਤੋਂ ਆਵਾਜ਼ਾਂ ਮਾਰਦੀ ਹੈ, ਮਾਂ ਕਹਿੰਦੀ ਹੈ, ਤਾਂ ਵੀ ਬੋਲੀ ਬੋਲਦੀ। ਦੇਖੋ ਜੀ, ਫਿਰ ਅਸੀਂ ਰਿਕਾਰਡ ਕਰਦੇ ਹਾਂ ਬਿਲਕੁਲ ਬਕਾਇਦਾ, ਜਿਹੜਾ ਤੁਹਾਡੀ ਕਾਰਵਾਈ ਹੋਊਗੀ। ਮਹੱਲੇ ਵਾਲੇ ਤੁਹਾਡੇ ਨਾਲ ਨੇ? ਹਾਂਜੀ ਹਾਂਜੀ, ਨਾਲ ਖੜੇ ਆਂ ਜੀ ਉਹਨਾਂ ਦੇ। ਉਹਨਾਂ ਨੂੰ ਮੋਹ ਪਿਆਰ ਨਹੀਂ ਹੈ, ਉਹਨਾਂ ਨੂੰ ਸਿਰਫ ਪ੍ਰਾਪਰਟੀ ਨਾਲ, ਪੈਸੇ ਨਾਲ। ਅੱਛਾ ਮੈਡਮ, ਤੁਹਾਨੂੰ ਇਹ ਕਿਹਾ ਵੀ ਗਿਆ ਕੁਝ ਵੀ ਤੁਸੀਂ ਪ੍ਰਾਪਰਟੀ ਦੇ ਸਾਈਨ ਕਰ ਦਿਓ ਤੇ ਆਪਦਾ ਬੱਚਾ ਲੈ ਲਓ? ਇਹਨਾਂ ਦੇ ਮੀਡੀਏਟਰ ਪਾਏ ਸੀ ਤਾਂ ਉਹਨਾਂ ਨੇ ਕਿਹਾ 4.5 ਕਰੋੜ ਰੁਪਇਆ ਲੈ ਲਓ, ਜਿਹੜੀ ਪ੍ਰਾਪਰਟੀ ਤੁਹਾਡੇ ਨਾਂ ਹੈ, ਜੋ ਮੇਰੇ ਨਾਮ ਵੀ ਮੇਰੇ ਹਸਬੰਡ ਦੇ ਨਾਮ ਦੀ, ਦੋਨੋਂ ਨਾ ਕਰ ਦੋ, ਫਿਰ ਤੁਸੀਂ ਇੰਨੇ ਲੈ ਲਓ ਤੇ ਡਾਟਰ ਲੈ ਲਓ। ਜਦੋਂ ਪ੍ਰਾਪਰਟੀ ਦਾ ਡਿਸਪਿਊਟ ਹੱਲ ਹੋ ਜਾਏਗਾ ਤਾਂ ਚੱਕਰ ਨਹੀਂ, ਮੈਂ ਕੀ ਕਰ ਦੂੰਗੀ, ਪਰ ਡਾਟਰ ਉਦੋਂ ਤੱਕ ਥੋੜੀ ਤੁਹਾਡੇ ਕੋਲ ਰਹੂਗੀ ਕਿ 2-3 ਮਹੀਨੇ ਤਾਂ ਲੱਗਣਗੇ ਪ੍ਰਾਪਰਟੀ ਦੇ ਕੰਮਾਂ ਨੂੰ। ਮੈਂ ਕਿਹਾ ਉਦੋਂ ਤੱਕ ਡਾਟਰ ਕਿੱਦਾਂ ਰਹੂਗੀ ਤੁਹਾਡੇ ਨਾਲ? ਅੱਛਾ, ਐਵੇਂ ਪੁਲਿਸ ਨੂੰ ਝੂਠ ਬੋਲੀ ਜਾਂਦੇ ਵੀ 6 ਸਾਲ ਤੋਂ ਲੜਕੀ ਇੱਥੇ ਹੈ। ਅਸੀਂ ਉਹਨਾਂ ਨੂੰ ਫੋਟੋ ਤਾਂ ਇਹ ਵੀਕਐਂਡ ਤੇ ਆਉਂਦੇ ਸੀ, ਇਹ ਡਾਕਟਰ ਨੇ ਚੰਡੀਗੜ੍ਹ ਡਿਊਟੀ ਆ। ਇਹ 5 ਦਿਨ ਜੌਬ ਤੇ ਹੁੰਦੇ ਸੀ। ਬਿਲਕੁਲ।
ਜਿਨ੍ਹਾਂ ਦੇ ਹਸਬੰਡ ਦੀ ਸਹਿਮਤੀ ਸੀ ਤਾਈਓ ਸੀਗੇ ਨਾ ਜੀ। ਹਾਂਜੀ ਹਾਂਜੀ ਸਹਿਮਤੀ ਨਾਲ ਆ ਜੀ। 6 ਦਿਨ ਜੋਬ ਹੈ, ਸ਼ਾਮ ਨੂੰ ਮਤਲਬ ਕੱਲੀ ਵਿਚਾਰੀ 10-10 ਵਜੇ ਉੱਥੇ ਪਹੁੰਚਦੀ ਸੀ। ਅੱਜ ਕੋਵਿਡ ਦੇ ਟਾਈਮ ਤਾਂ ਡਾਕਟਰਾਂ ਨੇ 24 ਘੰਟੇ ਵੀ ਕੀਤੀ ਹੈ ਜੀ ਡਿਊਟੀ, ਬਿਲਕੁਲ। ਮੈਨੂੰ ਉੱਥੇ 2 ਵਾਰ ਕੋਵਿਡ ਹੋਇਆ, ਮੇਰੇ ਕੋਲ ਰਿਪੋਰਟਾਂ ਪਈਆਂ ਮੇਰੀ ਕੋਵਿਡ ਦੀ। ਮੈਂ ਹੁਣ ਕੋਵਿਡ 'ਚ ਥੋੜੀ ਆਪਣੀ ਬੇਟੀ ਨੂੰ ਕੋਵਿਡ ਕਰਨਾ ਸੀ। ਨਹੀਂ ਉਹ ਤਾਂ ਕੀਤੀਆਂ ਲਾਪਰਾ ਸਾਹਿਬ, ਮਿਸਿਸ ਮੇਰੇ ਵੀ ਡਾਕਟਰ ਨੇ, ਉਹ ਵੀ ਆਉਂਦੇ ਸੀ 24 ਘੰਟੇ ਡਿਊਟੀਆਂ ਕੀਤੀਆਂ ਮਜਬੂਰੀ ਦੇ ਵਿੱਚ। ਇਹਦਾ ਮਤਲਬ ਇਹ ਥੋੜੀ ਕਿ ਅੱਜ ਬੱਚੀ ਨੂੰ ਮੈਨੂੰ ਨਹੀਂ ਮਿਲੀ ਹੈ 8 ਮਹੀਨੇ, ਮੈਂ ਕਿਸੇ ਨੂੰ ਕੀ ਕਿਹਾ ਕੱਲੇ ਇੱਕ ਮਹੀਨਾ ਨਾ ਕੋਈ ਸੌਖਾ ਹੁੰਦਾ। ਪਾਣੀ ਨਹੀਂ ਸੀ ਦਿੰਦੇ ਉਹਦਾ। ਆ ਜਾਓ ਅੱਗੇ ਆ ਜਾਓ ਬੋਲੀ। ਤੁਸੀਂ ਕੀਤਾ ਜੀ ਫੋਨ ਪੁਲਿਸ ਨੂੰ? ਵੀਡੀਓ ਤੇ ਮੇਰੇ ਡਾਕਟਰ ਆ ਰਹੇ ਆ। ਕਹਿ ਰਹੇ ਨੇ ਸਾਰੇ ਟਾਈਮ ਦੀ ਵੀਡੀਓ ਨਹੀਂ, ਇੱਕ ਨਹੀਂ ਹੈਗੀ, 100 ਤੋਂ ਵੱਧ ਵੀਡੀਓਜ਼ ਪਈਆਂ ਮੇਰੇ ਫੋਨ 'ਚ। भैया सारे पड़ोसी जानते हैं मेरे को। आ जाओ जी, आ जाओ। ਦੇਖੋ ਇੱਕ ਮਾਂ ਬੱਚੀ ਨੂੰ ਲੈਣ ਦੇ ਲਈ ਤੜਫੀ ਪਈ ਆ, ਗੇਟ ਭੰਨ ਰਹੀ ਆ ਕਿ ਚਲੋ ਗੇਟ ਕਿਸੇ ਤਰੀਕੇ ਖੁੱਲ ਜਾਵੇ, ਉਹਦੀ 7 ਸਾਲ ਦੀ ਬੱਚੀ ਉਹਨੂੰ ਮਿਲ ਜਾਵੇ ਵਿਚਾਰੀ ਨੂੰ। ਕੌਣ ਇੱਕ ਤਰ੍ਹਾਂ ਦਾ ਇੱਕ ਕਿਡਨੈਪਿੰਗ ਹੀ ਹੋ ਗਈ ਕਿ ਬੱਚੀ ਦੇ ਸਕਾ ਕੋਈ ਰਿਸ਼ਤੇਦਾਰ ਨਹੀਂ ਹੈਗਾ। ਤੋੜ ਰਹੀ ਹੈ लेकिन उसे बच्ची ने मिलाया नहीं जा रहा। मुलाजिम साहब तुसी भी करो कुछ यार, तुसी पुलिस मुलाजिम लगातार दरवाजा खोलने की कोशिश करते ने, लेकिन दरवाजा खोलना कीती हुई अंदर बच्ची अंदर किडनैप कीती गई है। ਉਹਦੀ ਡੈਥ ਹੋ ਗਈ, ਮਾਂ ਬਾਹਰ ਤੜਪ ਰਹੀ ਹੈ, रो रही है बेचारी। डॉक्टर पंकज शर्मा जी की बेटी जो तोड़ जाना सबूत ना देख सकते हो, ਇਹ ਜਿਹੜੀ ਮਾਂ ਖੁਦ ਇੱਕ ਡਾਕਟਰ ਅੱਜ ਆਪਣੇ ਬੱਚੇ ਦੀ तड़फ रही है 3-4 दिनों तो। देख सकते दरवाजा तोड़ की कोशिश की जाती है, लेकिन दरवाजा अपनी बच्ची को मिलन के लिए कोशिश कर रहे हैं। पुलिस मुलाजिम भी आए हुए हैं, भगवंत सिद्धू के दूत ने 4 दिनों तो लगातार दरवाजा तोड़ने की कोशिश की नहीं तो देख सकते देख सकते हो इधर मां इंसाफ की गल की, लेकिन अपने बच्ची ने मिलाने की कोशिश जो दिखाई जा रही है कि गेट तोड़ के जो बच्चों की कोशिश की जा रही है, मां को तोड़ बिल्कुल भी कटे जा रहे हैं, तोड़े जा रहे हैं बच्ची को। तस्वीरें लगातार खुद डॉक्टर ने जो किया 3-4 दिन जिन्ना का कोई हक भी नहीं बनता करीब मारा धक्का मारा सारे करो धक्का मारो भाई धक्का। 6 साल की 6 साल की अंदर बच्ची है जो रखी हुई है, धक्का मारो जोर लाओ भाई, ਉਹਦੀ ਬਾਹ ਆ ਗਈ ਬੱਚੀ 6 ਸਾਲ ਦੀ ਬੱਚੀ ਨੂੰ ਅੰਦਰ ਰੱਖਿਆ ਹੈ, ਆਪਣੀ ਮਾਂ ਨੂੰ ਮਿਲਣ ਧੱਕਾ ਲਾ ਦੋ ਮਾਰੇ, ਉਹਦੀ ਮਾਂ ਆ ਗਈ ਵਿੱਚ। ਕੋਸ਼ਿਸ਼ ਕੀਤੀ ਹੈ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ, ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਮੀਡੀਆ ਸਾਰਾ ਪਹੁੰਚਿਆ ਹੋਇਆ ਹੈ। तस्वीरें दिखाई जा रही ने कि बच्ची जो गेट तोड़ के बच्चे को बचाया गया, बच्ची है जेडी मैडम बताओ तो सही ना, आप अगर वो बच्ची ले गई हमारी, मेरी बच्ची गई। बच्ची उनकी है, बच्ची उनकी है। मेरी बात सुनिए, मैं अपना इंटरव्यू देना चाहती हूँ। बैठो बैठो बैठिए 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 बैठिए। ये मेरे देवर का घर है, डॉक्टर पंकज वर्मा साइकेट्रिस्ट हैं। हम जानते हैं, मेरा फ्रेंड से जी सर, मेरी मदर इन लॉ पिछले 10 साल से उनके साथ रहती हैं। जब से पंकज की शादी हुई थी तब से। हाँ, मदर तो नाल ही रहूगी बच्चे से। हाँ जी, वो यहीं पे रहते हैं, आते जाते रहते थे, महीने 20 दिन में चक्कर लग गया। तो सर क्या हुआ, इनकी मैरिज के 2-3 साल बाद जब परी पैदा हुई, उसके बाद कशिश को ये था कि मुझे एमडी करनी है। पंकज चाहता था वो यहीं से, डीएमसी है, डीएमसी से करे, लेकिन वो नहीं मानी कि मुझे यहाँ से नहीं करनी, मुझे चंडीगढ़ से करनी है, चंडीगढ़ से करनी है, जिद थी उसकी। चलो पंकज ने मानी, उसने उसको करवा दी। वो गई, उसने एमडी ज्वाइन की, वो जो लैब में होती है ना, यूरिन वगैरह टेस्ट होते हैं और सब कुछ, ये वाली उसे मिली। लेकिन सर उसने 1-1.5 साल बड़ी मुश्किल से पूरा किया।
भाग जाती थी बीच में, अपना सारा सामान रखा गाड़ी में, लॉक की, गाड़ी गायब। पंकज ढूंढ रहा है सारा दिन, मम्मी ढूंढ रही है कि कॉलेज गई थी, आई नहीं, कहाँ गई, वो डिप्रेशन में थी या उसका किसी के साथ अफेयर था, वी डोंट नो। ये बातें टाइम के साथ बाहर आई कि वो गायब कहाँ हो जाती थी। पंकज डरता था, अपनी इज्जत से डरता था सर कि मैंने नेम फेम कमाया, मेरा खराब हो जाएगा। उस लड़के ने कभी आवाज नहीं निकाली, वो गया इसके गम में गया कि मेरी बीवी ने मुझे डिच किया। वो लिव इन में रहती है वहां पे, रोहित नाम का लड़का है सर। आप कल को प्रूव कर सकते हो अगर साहिल अत्री है, आई कैन शो यू सर, वीडियो है, ऑडियो है। अच्छा, वो डॉक्टर पंकज नाल होली दी पिक्स दिखा रहे हैं सर। वो कहते शनिवार सैटरडे संडे पिछली सैटरडे संडे यहाँ पे आती थी। तो होली के साथ आप जो उसका लिविंग रिलेशनशिप है ਉਹ ਇਹ ਕਹਿੰਦੇ ਆ ਜੇ ਮੇਰੀ ਹਸਬੰਡ ਨਾਲ 6 ਸਾਲ ਤੋਂ ਨਹੀਂ ਬਣਦੀ ਸੀ ਤਾਂ ਹਸਬੰਡ ਮੇਰੇ ਕੋਲ ਚੰਡੀਗੜ੍ਹ ਆਉਂਦਾ ਜਾਂ ਹੋਲੀ खेलता। ये भी इतने आते सी। मैं बताती हूँ आपको। ਤੁਹਾਡੇ मैडम एक मिनट, आपके अड़ोस पड़ोस वाले बता रहे हैं कि ये लड़की आती थी शनिवार आतवार यहाँ पे रहती थी। हम इस चीज से इनकार नहीं कर रहे, हम झूठ नहीं बोलेंगे। हमारी बच्ची गई है, हमें पता है हमसे क्या चला गया। पंकज का भी महीना नहीं हुआ, मंडे को उसको 1 महीना होगा, ठीक है, उसको मंडे को 1 महीना होगा, अभी नहीं हुआ सर। इस लड़की ने मेंटली इतना हैरेस किया है पूरी फैमिली को, इसके भागने की वजह से रातों को हम इसे ढूंढते थे, कहाँ गायब आपको क्या लगता है कहाँ से मिलती आपको थी? क्या लगता है कि बच्ची के साथ उसकी माँ कुछ कर देगी? सर हमें लगता है क्योंकि शी इज अ कैरेक्टरलेस लेडी, रियल मदर है, रियल मदर है, फिर वो क्यों मारेगी अपनी बच्ची को? किस सर मारेगी नहीं, मैंने ये वर्ड नहीं यूज किया कि कुछ वो भी करेगी। चलो बच्ची को आप बोला खतरा है, आप बोल रहे हैं। उसने चंडीगढ़ में वो अपने चाचा के उसमें रहती थी मकान में, वहाँ क्या करती थी, लड़कों को बुला लिया, पार्टी रख ली, लाउड म्यूजिक कर लिया, और जो सोसाइटी वाले थे ना उसने इसकी कंप्लेंट की और खाली कराया। मॉडलिंग करती है, ये कैसे बच्चा पालेगी? एक लड़के के साथ अफेयर नहीं है, कईयों के साथ। हमें सर, हम इज्जत वाले लोग हैं, हमें अपने घर की बेटी की इज्जत प्यारी है। ये प्रॉपर्टी का केस नहीं था, ये किसी चीज का केस नहीं था सर, ये बेटी का केस था। कंप्लेंट कर दो ना, बेटी हमें चाहिए थी, हमारा केस चल रहा है सर। प्रॉपर्टी नहीं चाहिए, प्रॉपर्टी नहीं चाहती वो बच्ची प्रॉपर्टी के लिए तो ले रही है, परी मिल गई तो प्रॉपर्टी मिल गई। सिर्फ बच्ची फिर बच्ची लाया प्रॉपर्टी कराया नाम आप वो क्यों कराओगे? उन्होंने बनाई है यार, प्रॉपर्टी तो बच्ची की है। अच्छा सुनो, जे वो प्रॉपर्टी ਤੁਹਾਡੇ ਨਾਂ ਕਰਾਵੇ ਬੱਚੀ ਲੈ ਜਾਏ, क्यों ले जाए? हमें हमारी बच्ची चाहिए, क्यों ले जाए? फिर आप करवा दो। 8-8 महीने 3-4 महीने वो मिलने नहीं आते। एक बार तो 8 महीने नहीं आई पूरे। वो कहती है आप उसके स्कूल की चेक करो, ਅਸੀਂ ਪੁੱਛਿਆ ਉਹ ਕਹਿੰਦੀ ਮੈਂ ਡਾਕਟਰ ਸੀ, ਮੈਨੂੰ 2 ਵਾਰੀ ਕੋਵਿਡ ਹੋਇਆ, ਕਹਿੰਦੀ ਮੈਂ ਕੋਵਿਡ 3 ਮਹੀਨੇ ਠੀਕ ਹੋਣ ਨੂੰ ਲੱਗੇ, ਮੈਂ ਉਹਨਾਂ ਟਾਈਮ 'ਚ ਕਹਿੰਦੀ ਮੈਂ ਬੱਚੀ ਨੂੰ ਆ ਕੇ ਮਿਲਦੀ। पूछ के आते हैं, पूछते ना आपकी उसका स्टेटस क्या है, ये कितना नहीं आई। ਉਹ ਡਿਵੋਰਸ ਫਾਈਲ ਕੀਤਾ ਹੋਇਆ ਸੀ ਡਾਕਟਰ ਪੰਕਜ ਨੇ? ਕੀਤਾ ਹੋਇਆ ਸੀ, ਉਹ ਕਚਹਿਰੀ 'ਚ ਹੋਊਗਾ ਫਿਰ कोर्ट से हैगा सर। अभी वो आ रहे हैं क्योंकि ज्यादा नहीं, कोर्ट फाइल केस का फाइल कीता होगा के खिलाफ। उसको मैं बताती हूँ, 20 मार्च को मम्मी अमेरिका से आए थे मेरे पास, तो पंकज 24-25 मार्च को आ गया ना। 20 मार्च से लॉकडाउन लगा था ना, 12 मार्च की मम्मी की फ्लाइट थी, मुझे याद है। 12 मार्च को मम्मी इंडिया आए हैं, 20 मार्च को लॉकडाउन लगा है, तो पंकज उसी टाइम पे आ गया था यमुनानगर मेरे पास। वो 3-4 महीने रहा, जुलाई में 3rd या 4th अनलॉक हुआ था, वो तब यहाँ आया। 3-4 महीने जब वो रहा, उसने इस दौरान कशिश को पेपर्स भेजे थे। उसके फादर का मेरी मदर इन लोगों को कॉल आया कि देखो बहन जी पंकज ने क्या किया उसने। चैनल पे आ जाओगे, देख लो। कहते कि उसने क्या किया, पर ਭਾਜੀ ਅਸੀਂ ਪਹਿਲਾਂ ਦਿਖਾ ਨਹੀਂ ਸਕਦੇ ਯਾਰ, ਕੋਈ ਕੰਡੀਸ਼ਨ ਹੁੰਦੀਆਂ ਨੇ ਯਾਰ। ਮੈਨੂੰ ਮੀਡੀਆ ਨੇ ਬੁਲਾਇਆ ਵੀ ਤੁਸੀਂ ਆ ਕੇ ਖੜੋ। आ गए क्या? ਕੁਝ ਕੰਡੀਸ਼ਨ ਹੁੰਦੀਆਂ ਮੈਂ ਕੱਲ ਆਇਆ ਸੀ, ਪਰਸੋਂ ਮੇਰੇ ਫਾਦਰ ਆਏ ਸੀ। फादर लापरा साहब यही नहीं, यही लापरा साहब नहीं। सर हमने नहीं खोला, बुला के खोलने हमें यही डर था, मैं नहीं था ना, मैंने कॉल किया, हमें यही डर था। और आज क्यों बुलाया था? हमने कहा सर मैं जॉब करती हूँ, आई एम अ टीचर, मैं 1 महीने से अपनी जॉब से छुट्टी फिर मैं भी कल आया, पीएम कहता वीडियो घट्टो-घट्ट गालता करा दो, घट्टो-घट्ट गालता तुसी काउंसलर ना तो गल करो। हस्बैंड जब मरने को था, डेथ बेड पे था, वो नहीं आई। रूपा वो कहते मैंने दसिया नहीं। सर दसिया नहीं, ये कोई बात होती है? किसी का हस्बैंड मर रहा, उसको पता नहीं चलेगा? और तो उससे खबरें रहती हैं लुधियाना में क्या हो रहा है, मम्मी पापा कौन से होटल में ठहरे हैं उसे पता होता है, मेरे हस्बैंड कहाँ है, इसके हस्बैंड कहाँ है उसे पता होता है, उसे ये नहीं पता मेरा हस्बैंड मर गया आज। बताइए,
आई मैंने कौन सी हो आप भी मैम? आप भी वाइफ है किसी की? आई होप यू आर मैरिड ना, यू कैन अंडरस्टैंड। अगर कोई ये भी कहता है ना कि आपके हस्बैंड को चोट लगी है, वो स्लिप हो गया, मैम आप चुन्नी नहीं देखते, आप भाग के जाते हो मेरे husband ਇਹਨਾਂ को ਦੇ सुनिए। ਮੈਡਮ ਤੁਹਾਡੇ ਗਵਾਂਢ ਵਾਲੇ ਕਿਉਂ ਕਹਿੰਦੇ ਨੇ ਕਿ ਉਹ ਠੀਕ ਸੀਗੇ ਦੋਨੇ ਆਪਸ ਵਿੱਚ ਕਿਦਾਂ? मेरा भाई था, ठीक है, वहाँ पे ਅੱਛਾ ਡਾਕਟਰ ਪੰਕਜ ਦੇ ਨਾਲ ਸਾਰਾ ਦਿਨ ਇੱਕ ਨਾ ਸਰਦਾਰ ਰਹਿੰਦਾ ਹੀ ਖੁੱਲੀ ਦਾੜੀ ਵਾਲਾ, ਉਹਨਾਂ ਦਾ EMPLOYE ਮਨਜੀਤ ਕੱਲ ਇਹੀ ਕਹਿ ਰਿਹਾ ਕਿ ਇਹ ਗਲਤ ਨੇ, ਘਰ ਵਾਲੀ ਠੀਕ ਹੈ। ਉਹ ਫਿਰ EMPLOYE ਕਿਉਂ ਕਹਿ ਰਿਹਾ? EMPLOYE ਕਿਉਂ ਕਹਿ ਰਿਹਾ? ਬਿਲकुल देखो ना सर, मंजीत अब देखो आप जिसकी थाली में उसने खाया ਕਿਉਂਕਿ ਮੈਂ ਡਾਕਟਰ ਪੰਕਜ ਦੇ ਆਉਂਦਾ ਜਾਂਦਾ ਹੀ ਮੈਂ ਉਹ ਸਰਦਾਰ ਨੂੰ ਉੱਥੇ ਦੇਖਿਆ ਕੱਲ ਜਦੋਂ ਮੈਂ ਉਹ ਵੀ ਖੜਾ ਸੀ। सर कल मैं यही कहा किया। हम थोड़ा कुछ कह सकते हैं, हम भी देख रहे थे, हम परिवार वाले हैं सर, वो तो फिर भी बाहर के, आप हमारी सुनो ना, आप परिवार वालों की सुनो, उनकी की सुनते हो आप? सर परिवार की ਮੇਰਾ ਹੀ ਦੋਸਤ ਸੀ, ਮੈਨੂੰ ਪਤਾ। तो सर हम भी पंकज ਚਲੋ ਠੀਕ ਹੈ ਲਾਪਰਾ ਸਾਹਿਬ, ਸਾਨੂੰ ਲਾਪਰਾ ਸਾਹਿਬ ਸਾਨੂੰ ਇਜਾਜ਼ਤ ਹੈ। हमें यही डर था, वो इस लायक नहीं है कि वो एक बेटी को पाल सके। मैम एक बेटी की मां ਮੇਰੇ ਫਾਦਰ ਤੁਹਾਡੇ बहुत ਬੁਲਾਏ बड़ी ਤੇ ਆਏ ਸੀ। जिम्मेवारी होती है, जो दरवाजा ही नहीं औरत खोला। नहीं निभा पाएगी। कोई भी दरवाजा खोलना ही नहीं था, वो रीमैरिज करेगी, ਮੈਡਮ ਸਾਨੂੰ ਤਾਂ ਖੋਲ ਦੇਣਾ ਮੈਡਮ, ਕਿਸੇ ਸਾਨੂੰ ਤਾਂ ਖੋਲ ਦੇਣਾ, ਅਸੀਂ ਵੀ ਤੁਹਾਡੇ ਨਾਲ ਗੱਲ ਕਰਨ आए हैं। रिस्पांसिबल प्लीज टेल मी। अब आपने खोल लेते ਉਹਦੀ ਮਾਂ ਹੋਰ हमने नहीं खोला, उसने तोड़ा। हम तो एक एक सेकंड की वो तो लेके चली गई, एक सेकंड की रिकॉर्डिंग है हमारे पास मीडिया के पास। आपसे बात की है, वो सिर्फ 9 महीने की माँ है, असली माँ मेरी सास मैंने देखा मम्मी ने उसको कैसे पाला है, मैंने देखा बकूच ने उसको कैसे पाला है। ठीक है कौंसल हेलो हेलो श्रीमान जी, सत श्री अकाल। सत श्री अकाल सर, मैं ना न्यूज़ टाइम पंजाब चैनल तो तरलोचन सिंह बोल रहा जी, पत्रकार। हाँ जी सर, ਇੱਕ ਨਾ ਮਾਡਲ ਟਾਊਨ ਦਾ ਕੇਸ ਆਇਆ ਸੀਗਾ ਥਾਣੇ ਦੇ ਵਿੱਚ, ਜੋ ਉਹਨਾਂ ਦੀ ਕੰਪਲੇਂਟ ਗਈ ਹੈ, ਸ਼ਾਇਦ ਤੁਹਾਡੇ ਧਿਆਨ 'ਚ ਵੀ ਆ। ਪੰਕਜ ਵਰਮਾ ਡਾਕਟਰ ਸੀਗੇ ਜਿਨ੍ਹਾਂ ਦੀ ਪਿਛਲੇ ਮਹੀਨੇ ਡੈਥ ਹੋ ਗਈ ਸੀਗੀ ਜੀ। ਉਹਨਾਂ ਦੀ 6 ਸਾਲ ਦੀ ਬੱਚੀ ਨੂੰ ਅੰਦਰ ਉਹਨਾਂ ਦੀ ਨਣਦ ਨਣਦੋਈਆ ਤੇ ਉਹਨਾਂ ਦਾ ਜਠਾਣੀ ਸ਼ਾਇਦ ਉਹ ਅੰਦਰ ਰੱਖੀ ਬੈਠੀ ਆ ਜੀ 3 ਦਿਨ ਤੋਂ। ਉਹਦੀ ਮਾਂ ਵਿਚਾਰੀ ਬਾਹਰ ਗਲੀ 'ਚ ਕੱਪੜਾ ਵਿਛਾ ਕੇ ਬੈਠੀ ਆ ਠੰਡ 'ਚ। ਨਾ ਤਾਂ ਆਂਡੀ ਪ੍ਰੈਸ਼ਰ ਪਾਣ ਰਹੀ ਹੈ, ਕੋਰਟ 'ਚ ਜਾਵੇ, ਕੋਰਟ ਤੋਂ ਲਵੇ, ਕੁੜੀ ਤੇ ਜਾਣਾ ਹੀ ਨਹੀਂ ਚਾਹੁੰਦੀ ਇਹਨਾਂ ਨੂੰ। ਸਰ 6 ਸਾਲ ਦੀ ਬੱਚੀ ਹੈ ਜੀ, ਉਹਨੂੰ ਕੀ ਸਮਝ ਆ? ਨਾ ਹੋਵੇ ਕੋਰਟ ਦੇ 6 ਸਾਲ ਦੀ ਕੋਰਟ ਹੀ ਪਰਮਿਟ ਕਰੇਗੀ ਨਾ, ਪੁਲਿਸ ਥੋੜਾ ਨਾ ਪਰਮਿਟ ਕਰੇਗੀ ਇਹਨਾਂ ਨੂੰ ਕੋਰਟ ਤੋਂ ਹੀ ਆਰਡਰ ਲੈਣੇ ਪੈਣਗੇ ਨਾ। ਸਰ ਉਹਨਾਂ ਦੇ ਕੋਲੇ ਕੀ ਅਥਾਰਟੀ ਹੈ ਜੀ ਰੱਖਣ ਦੀ? ਇਹਨਾਂ ਕੋ ਕੀ ਅਥਾਰਟੀ ਹੈ ਜੀ? ਸਾਰੇ ਮਾਂ ਆ ਜੀ, ਛੱਡ ਕੇ ਗਈ ਸੀ ਜੀ। ਸਰ ਇਹ ਮਾਂ ਆ ਜੀ। ਉਹ ਚਲੋ ਆਪਾਂ ਬਹੁਤੀ ਕੁਐਸਚਨਿੰਗ ਨਾ ਕਰੀਏ, ਤੁਸੀਂ ਪੱਤਰਕਾਰ ਹੈਗੇ ਹੋ, ਤੁਸੀਂ ਜਿੰਨਾ ਕੋ ਛਾਪਣਾ ਚਾਹੁੰਦੇ ਹੋ ਉਹਨਾਂ ਕੋ ਪੁੱਛ ਲਓ ਵੀ ਇਹ ਮੈਟਰ ਸਿਵਲ ਮੈਟਰ ਨਾਲ ਰਿਲੇਟਡ ਹੈ, ਕੋਰਟ 'ਚ ਆਰਡਰ ਲੈਣਗੇ, ਪੁਲਿਸ ਨਾਲ ਜਾ ਕੇ ਦਵਾ ਦੇਗੀ। ਠੀਕ ਹੈ ਸਰ, ਧੰਨਵਾਦ ਜੀ। ਕੋਈ ਦੇਖਿਆ ਤੁਸੀਂ ਮਾਮਲਾ, ਮੈਂ ਕਹਿੰਦਾ ਹੱਦ ਹੈ ਇੱਥੇ, ਇਨਸਾਨੀਅਤ ਮਰੀ ਹੋਈ ਲੱਗਦੀ ਆ ਲੋਕਾਂ ਦੇ ਅੰਦਰ। ਉਹਨਾਂ ਦਾ ਕਹਿਣਾ ਮੈਡਮ ਦਾ ਕਿ ਪ੍ਰਾਪਰਟੀ ਦਾ ਰੌਲਾ ਸਾਰਾ, ਪ੍ਰਾਪਰਟੀ ਜਿਹੜੀ ਆ ਉਹ ਕਾਫੀ ਡਾਕਟਰ ਪੰਕਜ ਵਰਮਾ ਨੇ ਤੇ ਮੈਡਮ ਦਾ ਦੱਸਣਾ ਕਿ ਅਸੀਂ ਆਪ ਬਣਾਈ ਆ, ਪੈਸੇ ਮਿਹਨਤ ਕਰਕੇ ਬਣਾਈ ਆ। ਤੇ ਹੁਣ ਤੱਕ ਇਹਨਾਂ ਦੇ ਸੱਸ ਇਹਨਾਂ ਦੇ ਨਾਲ ਰਹਿੰਦੇ ਸੀਗੇ, ਜਠਾਣੀ ਜਿਹੜੀ ਸੀ ਇਹਨਾਂ ਦੀ ਉਹ ਇੱਥੇ ਰਹਿੰਦੇ ਸੀ, ਪਰ ਅੱਜ ਸੱਸ ਇੱਥੋਂ ਪਤਾ ਨਹੀਂ ਸਾਈਡ ਤੇ ਹੋਏ ਨੇ। ਅੰਦਰ ਨਣਦ ਨਣਦੋਈਆ ਉਹਦੇ ਬੱਚੇ ਅੰਦਰ ਕਮਰੇ ਦੇ ਬੰਦ ਨੇ, ਕੁੰਡਾ ਲਗਾਇਆ ਹੋਇਆ ਉਹਨਾਂ ਨੇ, ਕੁੰਡਾ ਕਿਸੇ ਨੂੰ ਵੀ ਨਹੀਂ ਖੋਲ੍ਹਿਆ, ਪੁਲਿਸ ਨੂੰ ਵੀ ਨਹੀਂ ਖੋਲ੍ਹਿਆ, ਲੋਕ ਵੀ ਆਏ ਸੀ ਉਹਨਾਂ ਨੂੰ ਵੀ ਨਹੀਂ ਖੋਲ੍ਹਿਆ। ਜਦੋਂ ਮੈਂ ਦੇਖਿਆ ਜਾ ਕੇ ਤਾਂ ਜਿਹੜੀ ਮਾਂ ਉਹ ਉੱਥੇ ਬੈਠੀ ਆ ਜਿੱਥੇ ਇੱਕ ਬਸ ਵਿਚਾਲੇ ਗੇਟ ਹੈ, ਅੰਦਰਲੇ ਪਾਸੇ ਉਹਦੀ ਬੱਚੀ ਆ ਤੇ ਬਾਹਰਲੇ ਪਾਸੇ ਗੇਟ ਦੇ ਨਾਲ ਉਹ ਬੈਠੀ ਆ। ਜਦੋਂ ਕਾਰਨ ਪੁੱਛਿਆ ਗਿਆ ਕਿ ਤੁਸੀਂ ਗੇਟ ਦੇ ਕੋਲੇ ਕਿਉਂ ਬੈਠੇ ਹੋ, ਆਸੇ-ਪਾਸੇ ਠੰਡ ਤੋਂ ਕਿਤੇ ਅਲੱਗ ਬਹਿ ਜਾਓ, ਤਾਂ ਉਹਦਾ ਮਾਂ ਦਾ ਕਹਿਣਾ ਸੀਗਾ, ਤੇ ਦੁੱਖ ਨਾਲ ਕਹਿ ਰਿਹਾ ਕਿ ਉਸ ਮਾਂ ਦਾ ਕਹਿਣਾ ਸੀਗਾ ਕਿ ਮੈਨੂੰ ਮੇਰੀ ਬੱਚੀ ਦੀ ਆਵਾਜ਼ ਸੁਣਦੀ ਆ, ਜਿਹਦੇ ਨਾਲ ਮੈਂ ਸਬਰ ਕੀਤਾ ਕਰ ਰਹੀ ਹਾਂ ਕਿ ਹਜੇ ਤੱਕ ਮੇਰੀ ਬੱਚੀ ਜਿਉਂਦੀ ਆ, ਕਿਤੇ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਕਿਸੇ ਬੱਚੀ ਨੂੰ ਕੁਝ ਕਰ ਨਾ ਦੇਣ। ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਬਾਅਦ ਦੇ ਵਿੱਚ ਕੈਂਡਲ ਮਾਰਚ ਕੱਢਣ ਦਾ ਕੋਈ ਫਾਇਦਾ ਨਹੀਂ ਹੋਣਾ। ਥੋੜੇ ਦਿਨ ਪਹਿਲਾਂ ਇੱਕ 2.5 ਸਾਲਾਂ ਦੀ ਬੱਚੀ ਜਦੋਂ ਮਾਰ ਦਿੱਤੀ ਜਾਂਦੀ ਆ। ਸਾਡੇ ਨਾਲ ਜੁੜੇ ਰਹਿਣ ਲਈ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ। ਧੰਨਵਾਦ।